ਜਿੰਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ, ਜਿੰਨੇ ਕਰਵਾਈ ਉਹਦਾ ਕੱਖ ਨਾ ਰਹੇ, ਜਿਹੜਾ ਬੇਅਦਬੀ ਵਾਲਿਆਂ ਨੂੰ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਂਦਾ ਉਹਦਾ ਕੱਖ ਨਾ ਰਹੇ। ਨਵਜੋਤ ਸਿੰਘ ਸਿੱਧੂ ਨੂੰ ਪਤਾ ਕਿ ਕੱਖ ਨਹੀਂ ਬਣਨਾ। ਤੁਸੀਂ 4.5 ਸਾਲਾਂ 'ਚ ਕੱਖ ਨਹੀਂ ਕੀਤਾ, ਹੁਣ 3 ਮਹੀਨਿਆਂ 'ਚ ਕੀ ਕਰ ਲੋਗੇ? 3 ਮਹੀਨਿਆਂ ਤੋਂ ਚੋਣ ਜ਼ਾਬਤਾ ਲੱਗ ਜਾਣਾ ਹੈ। ਨਵਜੋਤ ਸਿੰਘ ਸਿੱਧੂ ਆਉਣ ਵਾਲੀ 2027 ਨੂੰ ਲੈ ਕੇ ਚੱਲ ਰਿਹਾ। ਇਹ ਤੇ ਕਹਿੰਦੇ ਨੇ ਕਿ ਜੀ ਖਜ਼ਾਨਾ ਹੀ ਖਾਲੀ ਹੋ ਕੇ ਕਰ ਛੱਡਿਆ ਇਹਨਾਂ ਨੇ ਜੀ। ਅਸੀਂ ਇਹਨਾਂ ਦਾ ਭਾਰ ਜਿਹੜੀ ਹੈ 10 ਸਾਲ ਅਕਾਲੀ ਦਲ ਦੀ ਗਵਰਨਮੈਂਟ ਰਹੀ ਹੈ, ਉਹਦਾ ਭਾਰ ਹੀ ਜਿਹੜਾ ਸਾਡੇ ਕੋਲ ਨਹੀਂ ਚੁੱਕਿਆ ਗਿਆ। ਖਜ਼ਾਨਾ ਕੋਈ ਕੋਠਾ ਹੈ ਜਿਹੜਾ ਭਰਿਆ ਹੁੰਦਾ? ਇਹ ਤਾਂ ਮੈਨੇਜ ਕਰਨਾ ਪੈਂਦਾ ਆ। ਵਿਧਾਨ ਸਭਾ 2022 ਦਾ ਸਿਆਸੀ ਦੰਗਲ ਸ਼ੁਰੂ ਹੋਣ ਵਿੱਚ ਕੁਝ ਹੀ ਸਮਾਂ ਜੋ ਹੈ ਉਹ ਬਾਕੀ ਰਹਿ ਚੁੱਕਾ ਹੈ, ਤੇ ਜੇਕਰ ਸਿਆਸੀ ਚਸ਼ਮੇ ਦੇ ਨਾਲ ਨਜ਼ਰ ਮਾਰੀਏ ਤਾਂ ਸਾਰੇ ਹੀ ਸਿਆਸੀ ਭਲਵਾਨ ਜੋ ਨੇ ਉਹ ਇਸ ਵਕਤ ਮੈਦਾਨ ਦੇ ਵਿੱਚ ਜੋ ਨੇ ਉਹ ਡਟ ਚੁੱਕੇ ਨੇ। ਤਿਆਰੀਆਂ ਜੋ ਨੇ ਉਹ ਚੱਲ ਰਹੀਆਂ ਨੇ, ਤੇ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਕੁੰਡੀਆਂ ਦੇ ਸਿੰਗ ਫਸ ਗਏ ਨਿਤਰੂ ਵੜੇਵੇਂ ਖਾਣੀ। ਸਾਰੇ ਹੀ ਸਿਆਸੀ ਭਲਵਾਨ ਜਿਹੜੇ ਨੇ ਹੁਣ ਪੂਰੀ ਤਰ੍ਹਾਂ ਨਾਲ ਦਮਖਮ ਲਗਾ ਰਹੇ ਨੇ, ਆਪੋ ਆਪਣੀ ਪਾਰਟੀਆਂ ਦੀ ਜੋ ਆ ਉਹ ਪਿੱਠ ਥਾਪੜ ਰਹੇ ਨੇ। ਤੇ ਇਸੇ ਤਰ੍ਹਾਂ ਹੀ ਮਾਝੇ ਦੀ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਮਾਝੇ ਦੇ ਇੱਕ ਸਿਆਸੀ ਭਲਵਾਨ ਸਰਦਾਰ ਵਿਰਸਾ ਸਿੰਘ ਵਲਟੋਆ ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹ ਸਮਝਦੇ ਨੇ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ ਇਸ ਦੰਗਲ ਵਾਸਤੇ ਕਿੰਨੀ ਕੁ ਤਿਆਰ ਹੈ ਜੀ। ਤੁਸੀਂ ਇਹ ਬੀਤੇ 1 ਮਹੀਨੇ 1.5-2 ਮਹੀਨੇ ਹੋਏ ਨੇ ਤੁਸੀਂ ਬਸਪਾ ਨਾਲ ਵੀ ਗੱਠਜੋੜ ਕੀਤਾ ਹੈ, ਕੀ ਤੁਹਾਨੂੰ ਲੱਗਦਾ ਉਸ ਤੋਂ ਬਾਅਦ ਕੀ ਕਿੰਨਾ ਕੁ ਫਾਇਦਾ ਜਿਹੜਾ ਹੈ ਉਹ ਪੰਜਾਬ 'ਚ ਹੋਵੇਗਾ, ਜਾਂ 2022 ਨੂੰ ਲੈ ਕੇ ਕਿੰਨੀਆਂ ਕੁ ਤਿਆਰੀਆਂ ਨੇ ਅਕਾਲੀ ਦਲ ਬਸਪਾ ਦੀਆਂ? ਦੇਖੋ, ਪਹਿਲੀ ਤਾਂ ਗੱਲ ਹੈ ਕਿ ਜਿਹੜੀ ਸਿਆਸਤ ਹੈ ਨਾ ਤੇ ਘੋਲ ਹੈ, ਤੇ ਜੇ ਇਹਨੂੰ ਸਿਆਸਤ ਨੂੰ ਸਹੀ ਪ੍ਰਪੇਖ ਵਿੱਚ ਲੈਣਾ ਹੋਵੇ ਉਹ ਹੈ ਲੋਕਾਂ ਦੀ ਸੇਵਾ। ਔਰ ਜਿਹੜੇ ਲੋਕ ਲੋਕਾਂ ਦੀ ਸੇਵਾ ਵਾਸਤੇ ਆਉਂਦੇ ਨੇ ਤੇ ਲੋਕ ਹਮੇਸ਼ਾ ਉਹਨਾਂ ਨੂੰ ਮਾਣ ਦਿੰਦੇ ਨੇ, ਤੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਥਾਹ ਮਾਣ, ਸਤਿਕਾਰ, ਪਿਆਰ, ਸ਼ਕਤੀਆਂ ਦਿੱਤੀਆਂ ਨੇ। ਔਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀ ਇਸ ਮਾਤ ਭੂਮੀ ਨੂੰ ਆਪਣੀ ਜਨਮਦਾਤੀ ਵੀ ਸਮਝ ਕੇ ਔਰ ਹਰੇਕ ਪੱਖ ਤੋਂ ਆਪਣਾ ਫਰਜ਼ ਸਮਝਦਿਆਂ ਹੋਇਆਂ ਜੇ ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ ਹੈ ਤੇ ਸੇਵਾ ਨਿਭਾਈ ਹੈ। ਔਰ ਆਪਾਂ ਜ਼ਿਆਦਾ ਪਿੱਛੇ ਨਾ ਜਾਈਏ। ਤੁਸੀਂ ਮੋਟੇ ਜਿਹੇ ਰੂਪ 'ਚ ਦੇਖੋਗੇ ਨਾ ਕਿ ਜੇ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਈ ਤੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਕਿ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰ, ਮੈਂ ਪੰਜਾਬ ਦੇ ਵਾਰੇ ਨਿਆਰੇ ਕਰ ਦੂੰ, ਤੇ ਜਿਹੜੀਆਂ ਸਹੂਲਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚਾਹੇ ਕਿਸਾਨੀ ਨੂੰ ਦਿੱਤੀਆਂ ਨੇ ਚਾਹੇ ਗਰੀਬਾਂ ਨੂੰ ਦਿੱਤੀਆਂ ਨੇ ਉਹ ਸਾਰੀਆਂ ਜਾਰੀ ਰਹਿਣਗੀਆਂ। ਤੇ 5 ਸਾਲਾਂ 'ਚ ਕੀਤਾ ਕੱਖ ਨਹੀਂ, ਕੱਖ ਨਹੀਂ ਕੀਤਾ। ਇੱਕ ਕੰਮ ਗਿਣਾ ਦੇਣ ਜਿਹੜਾ 5 ਸਾਲਾਂ 'ਚ ਕੀਤਾ ਹੈ। ਔਰ ਇਹ ਜ਼ਰੂਰ ਕੀਤਾ ਕਿ 2002 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਜਾਂਦੀ ਹੈ ਤੇ ਜਿਹੜੇ ਸਰ ਪ੍ਰਕਾਸ਼ ਸਿੰਘ ਬਾਦਲ ਨੇ 1997 'ਚ ਕਿਸਾਨਾਂ ਦੇ ਬੰਬੀਆਂ ਦੇ ਬਿੱਲ ਮਾਫ ਕੀਤੇ ਸੀ, ਪੰਜਾਬ ਦੇ ਕਿਸਾਨੀ ਨੂੰ ਆਰਥਿਕ ਮਜ਼ਬੂਤ ਕਰਨ ਵਾਸਤੇ ਜਿਹੜੇ ਕਦਮ ਚੁੱਕੇ ਸੀ, ਤੇ ਕੈਪਟਨ ਅਮਰਿੰਦਰ ਸਿੰਘ ਨੇ 2003 ਦੇ ਵਿੱਚ ਉਹ ਬੰਬੀਆਂ ਦੇ ਬਿੱਲ ਦੁਬਾਰਾ ਚਾਲੂ ਸ਼ੁਰੂ ਕਰ ਦਿੱਤੇ। ਕਿਸਾਨਾਂ ਨੇ ਬੜੀ ਵੱਡੀ ਐਜੀਟੇਸ਼ਨ ਕੀਤੀ, ਕਈਆਂ ਨੇ ਤਾਰੇ ਵੀ, ਕਈਆਂ ਨੂੰ ਮਜਬੂਰੀ ਵਸ ਤਾਰਨੇ ਪਏ ਵੀ ਕਿਸੇ ਦਾ ਟਰਾਂਸਫਾਰਮਰ ਸੜ ਗਿਆ, ਉਹਨੂੰ ਕਿਹਾ ਵੀ ਤਦ ਬਦਲਾਂਗੇ, ਪਹਿਲੋਂ ਬੰਬੀ ਦਾ ਬਿੱਲ ਤਾਰ। ਮਤਲਬ ਲੈ ਦੇ ਕੇ ਸਾਰੇ ਕਿਸਾਨਾਂ ਨੂੰ ਗਦੀ ਗਿੜ ਪਾ ਛੱਡਿਆ। ਤੇ ਅਖੀਰ ਆਣ ਕੇ 2006 ਦੇ ਵਿੱਚ ਭੌਂ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਜੀ ਫਿਰ ਮਾਫ। ਇਹ ਕੀ ਹੈ? ਧੋਖਾ। ਇਹ ਕੀ? ਲੋਕਾਂ ਨਾਲ ਠੱਗੀ। ਤੇ ਕੰਮ ਦੀ ਗੱਲ ਜਿਹੜੀ ਆਪਾਂ ਕਰ ਲਈਏ ਕਿ 2000 ਮੇਰਾ ਖਿਆਲ ਹੈ ਕਿ 13-14 ਦੀ ਗੱਲ ਹੈ, ਇਹਨਾਂ ਦਾ ਚਰਨਜੀਤ ਸਿੰਘ ਚੰਨੀ ਜਿਹੜਾ ਹੁਣ ਮਿਨਿਸਟਰ ਕੈਬਨਿਟ, ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਓਪੋਜੀਸ਼ਨ ਦਾ ਲੀਡਰ ਸੀ। ਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ, ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਕੰਮ ਗਿਣਾਏ ਤੇ ਉਹਨਾਂ ਨੇ ਵਿਰੋਧੀ ਧਿਰ ਨੂੰ ਚੈਲੰਜ ਕੀਤਾ, ਕਾਂਗਰਸ ਪਾਰਟੀ ਨੂੰ ਚੈਲੰਜ ਕੀਤਾ ਕਿ ਯਾਰ ਤੁਸੀਂ ਆਪ ਦੀ ਸਰਕਾਰ ਦੇ ਸਮੇਂ ਜਿਹੜੀ 2002 ਤੋਂ ਲੈ ਕੇ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਹੈ ਜੀ, ਕੋਈ 5 ਕੰਮ ਗਿਣਾ ਦਿਓ ਜੀ। ਨਹੀਂ, ਫਿਰ ਕਿ 4 ਹੀ ਗਿਣਾ ਦਿਓ। ਫਿਰ 3 ਦੀ ਗੱਲ ਚੱਲੀ, ਫਿਰ 2 ਦੀ ਗੱਲ ਚੱਲੀ, ਅਖੀਰ ਉਹਨਾਂ ਕਿਹਾ 1 ਹੀ ਗਿਣਾ ਦਿਓ। ਤੇ ਤੁਹਾਡੇ ਸਾਹਮਣੇ ਵੀਡੀਓ ਤੁਰੀ ਫਿਰਦੀ ਹੈ ਕਿ ਚਰਨਜੀਤ ਚੰਨੀ ਹੋਰੀ ਬੜੇ ਕੌਨਫੀਡੈਂਟ ਹੋ ਕੇ ਕਹਿੰਦੇ ਆ ਕਿ ਅਸੀਂ ਸੜਕਾਂ ਦੇ ਉੱਤੇ ਪੱਚ ਲਾਏ,
ਇਹ ਪਚ ਲਾਉਣ ਵਾਲੀ ਸਰਕਾਰ ਹੈ। ਤੇ ਦੂਜੇ ਬੰਨੇ 2007 ਤੋਂ ਲੈ ਕੇ 17 ਤੱਕ 4 ਮਾਰ ਗਈ, 6 ਮਾਰ ਗਈ, 4 ਚਫੇਰੇ। ਹੁਣ ਤੁਹਾਡੇ ਗੁਰਦਾਸਪੁਰ ਵੱਲ ਨੂੰ ਜਾਣਾ ਹੋਵੇ ਤੇ ਜੇ ਕਿਤੇ ਪਹਿਲੋਂ ਜਾਣਾ ਪੈਂਦਾ ਸੀ, ਮੇਰੇ ਵਰਗੇ ਨੂੰ ਮਨ ਬਣਾਉਣਾ ਪੈਂਦਾ ਸੀ, ਯਾਰ ਕਿਹੜੀ ਸੜਕੇ ਪੈਣਾ ਹੈ। ਜੇ ਪਠਾਨਕੋਟ ਜਾਣਾ ਪੈਂਦਾ ਸੀਗਾ ਤੇ ਪਹਿਲੋਂ ਹੀ ਆਪਦਾ ਢਿੱਡ ਦੇ ਕਮਰ ਕੱਸਣੇ ਪੈਂਦੇ ਸੀ ਕਿ ਮੈਂ ਪਠਾਨਕੋਟ ਜਾਣਾ ਹੈ। ਅੱਜ ਐਂ ਜਾਪਦਾ ਜਿਵੇਂ ਪਠਾਨਕੋਟ ਮੈਂ ਅੰਮ੍ਰਿਤਸਰ ਦੀ ਇੱਕ ਹੱਥ ਤੋਂ ਦੂਸਰੀ ਹੱਥ 'ਤੇ ਹੱਥ ਲਾ ਕੇ ਮੁੜਦਾ। ਬਠਿੰਡੇ ਜਾਣਾ ਹੋਵੇ ਤਾਂ ਮਿੰਟ ਲੱਗਦਾ, ਚੰਡੀਗੜ੍ਹ ਜਾਣਾ ਹੋਵੇ ਤਾਂ ਜਿੱਥੇ 4.5-5 ਘੰਟੇ ਲੱਗਦੇ ਸੀ 3 ਘੰਟੇ 'ਚ ਨਿਬੇੜਾ ਹੋ ਜਾਂਦਾ। ਇਸ ਕਰਕੇ ਜਿਹੜੇ ਆ ਹੋਰ ਜਿਹੜੇ ਡਿਵੈਲਪਮੈਂਟ ਦੇ ਕੰਮ ਕੀਤੇ ਆ, ਲੋਕ ਭਲਾਈ ਦੇ ਕੰਮ ਕੀਤੇ ਆ। ਅਤੇ ਕੈਪਟਨ ਅਮਰਿੰਦਰ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨਾਲ ਮਾਰ ਗਿਆ ਠੱਗੀ। ਅਤੇ ਠੱਗੀ ਵੀ ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ ਪ੍ਰਸ਼ਾਂਤ ਕਿਸ਼ੋਰ ਨੇ ਡਰਾਮਾ ਲਿਖਿਆ, ਸਕ੍ਰਿਪਟ ਲਿਖੀ, ਉਹਦੇ ਉੱਤੇ ਕੰਮ ਹੋਇਆ ਅਤੇ ਵੱਡੇ ਵੱਡੇ ਵਾਅਦੇ ਕੀਤੇ ਗਏ ਕਿ ਤੁਹਾਡਾ ਕਿਸਾਨਾਂ ਨੂੰ ਕਿਹਾ ਕਿ ਤੁਹਾਡਾ ਸਮੁੱਚਾ ਕਰਜ਼ਾ ਮਾਫ ਕਰਾਂਗੇ, ਸਮੁੱਚਾ ਹਰੇਕ ਤਰ੍ਹਾਂ ਦਾ। ਉਹ ਤੁਸੀਂ ਸੁਣਿਆ ਹੀ ਹੈ। ਘਰ ਘਰ ਜਾ ਕੇ ਕਿਸਾਨਾਂ ਦੇ ਫਾਰਮ ਭਰੇ ਗਏ ਕਿ ਫਾਰਮ ਭਰਦੇ, ਤੇਰਾ ਫਾਰਮ ਜਮ੍ਹਾਂ ਹੋ ਗਿਆ ਤਾਂ ਸਰਕਾਰ ਬਣ ਗਈ, ਤੇਰਾ ਕਰਜ਼ਾ ਮਾਫ ਹੋ ਜੂ। ਵਿਚਾਰਿਆਂ ਨੇ ਫਾਰਮ ਭਰੇ ਅਤੇ ਉਹਨੂੰ ਫਾਰਮ ਭਰਨ ਤੋਂ ਬਾਅਦ ਕਾਂਗਰਸ ਦੇ ਦਫ਼ਤਰ ਵੱਲੋਂ ਉਹਦੇ ਮੋਬਾਈਲ 'ਤੇ ਕਾਲ ਆਉਂਦੀ ਸੀ, ਉਹਨੂੰ ਮੈਸੇਜ ਆਉਂਦਾ ਸੀਗਾ ਕਿ ਤੇਰਾ ਫਾਰਮ ਜਿਹੜਾ ਕਰਜ਼ੇ ਵਾਲਾ ਜਮ੍ਹਾਂ ਹੋ ਗਿਆ, ਜੇ ਸਰਕਾਰ ਬਣ ਗਈ ਅਤੇ ਤੇਰਾ ਕਰਜ਼ਾ ਮਾਫ ਹੋ। ਅਤੇ ਉਹ ਤਾਂ ਆਪਦੀਆਂ ਦੇ ਪਾਉਂਦਾ ਸੀ, ਦੂਸਰਿਆਂ ਦੀਆਂ ਪਾਉਂਦਾ ਸੀਗਾ ਕਿ ਕਿਤੇ ਰਹਿ ਨਾ ਜਾਂਦੀ ਹੋਵੇ ਗੱਲ। ਨੌਜਵਾਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਘਰ ਘਰ ਸਰਕਾਰੀ ਨੌਕਰੀ ਦੇਵਾਂ, ਕਿਸੇ ਨੂੰ ਦਿੱਤੀ। ਸਮਾਰਟਫੋਨ ਸਮੁੱਚੀ ਜਵਾਨੀ ਨੂੰ ਦੇਵਾਂਗੇ, ਬੱਚੇ ਬੱਚੀਆਂ ਨੂੰ ਦੇਵਾਂਗੇ, ਕਿਸੇ ਨੂੰ ਦਿੱਤਾ। 51,000 ਸ਼ਗਨ ਸਕੀਮ ਦੇਵਾਂਗੇ, ਗਰੀਬਾਂ ਨੂੰ ਦੇਵਾਂਗੇ। 2,000 ਬੁਢਾਪਾ ਪੈਨਸ਼ਨ ਦੇਵਾਂਗੇ। 2,500 ਬੇਰੁਜ਼ਗਾਰ ਭੱਤਾ, ਜਿਹਨੂੰ ਅਸੀਂ ਨੌਕਰੀ ਨਹੀਂ ਦੇ ਸਕੇ ਅਤੇ ਬੇਰੁਜ਼ਗਾਰ ਹੈ ਅਤੇ ਪੜ੍ਹਿਆ ਲਿਖਿਆ, ਅਤੇ ਉਹਨੂੰ 2,500 ਬੇਰੁਜ਼ਗਾਰੀ ਭੱਤਾ ਦੇਵਾਂਗੇ, ਕਿਸੇ ਨੂੰ ਦਿੱਤਾ। ਮਤਲਬ ਦੁਨੀਆ ਜਹਾਨ ਦੇ ਵਾਅਦੇ ਕੀਤੇ। ਇੱਥੋਂ ਤੱਕ ਕਿ ਸਭ ਤੋਂ ਵੱਡੀ ਗੱਲ ਕਿ ਐਡਾ ਵੱਡਾ ਧੋਖਾ ਅਤੇ ਐਡੀ ਵੱਡੀ ਠੱਗੀ ਲੋਕਾਂ ਦੇ ਨਾਲ ਨਹੀਂ, ਗੁਰੂ ਦੇ ਨਾਲ ਵੀ, ਕਿ ਗੁੜ ਕਸਮ ਮੱਥੇ ਨੂੰ ਲਾ ਕੇ ਸਹੁੰ ਖਾਧੀ, ਲੋਕਾਂ ਵਿਸ਼ਵਾਸ ਕਰਕੇ। ਅਸੀਂ ਬਥੇਰਾ ਕਹਿੰਦੇ ਰਹੇ ਠੱਗੀ ਜੇ, ਬਾਜੋ, ਧੋਖਾ ਜੇ, ਗੁੰਮਰਾਹ ਕਰ ਰਹੇ ਜੇ, ਪਰ ਹੁਣ ਲੋਕ ਕਹਿੰਦੇ ਕਿ ਤੁਸੀਂ ਸੱਚੇ ਸੀ। ਇਸ ਕਰਕੇ ਜਿਹੜਾ ਜਦੋਂ ਹੁਣ ਲੋਕ ਕੰਪੈਰੀਜ਼ਨ ਕਰਦੇ ਹੈ ਕਿ ਜੇ 1997 ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ, ਬੰਬੀਆਂ ਦੇ ਬਿੱਲ ਮਾਫ ਹੋਏ, ਮਾਮਲਾ ਮਾਫ ਹੋਇਆ, ਗਰੀਬਾਂ ਵਾਸਤੇ ਸ਼ਗਨ ਸਕੀਮ ਸ਼ੁਰੂ ਹੋਈ ਅਤੇ 200 ਯੂਨਿਟ ਗਰੀਬਾਂ ਵਾਸਤੇ ਜਿਹੜਾ ਬਿਜਲੀ ਦਾ 200 ਯੂਨਿਟ ਜਿਹੜਾ ਆ ਪਰ ਮੰਥ ਜਿਹੜਾ ਆ ਹਰ ਮਹੀਨੇ ਜਿਹੜਾ ਉਹਨਾਂ ਨੂੰ ਮਾਫ ਹੋਇਆ। ਅੱਜ 72 ਲੱਖ ਖਪਤਕਾਰ ਹੈ ਪੰਜਾਬ ਦਾ, ਅਤੇ 26 ਲੱਖ ਖਪਤਕਾਰ ਜਿਹੜਾ ਆ ਉਹ 200 ਯੂਨਿਟ ਜਿਹੜਾ ਫ੍ਰੀ ਦਾ ਫਾਇਦਾ ਲੈਂਦਾ। 26 ਲੱਖ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਬਾਲਸਾਨ ਦਿੱਤੇ, ਮਾਮਲਾ ਮਾਫ ਕੀਤਾ ਕਿਸਾਨਾਂ ਦਾ। ਇਸ ਤਰ੍ਹਾਂ ਬੜਾ ਕੁਛ ਹੋ। ਇਹ ਤੁਸੀਂ ਮੰਨਦੇ ਹੋ ਕਿ ਇਹ ਜਿਹੜੇ ਮੁੱਦੇ ਨੇ ਇਹ ਭਾਰੂ ਰਹਿਣਗੇ ਅਤੇ ਇਸ ਵਕਤ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜੋ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਇਹ ਸਾਰੇ ਕੰਮ ਕੀਤੇ ਸਨ ਅਤੇ ਲੋਕ ਉੱਧਰ ਵੱਲ ਜਿਹੜਾ ਰੁਝਾਨ ਹੋਏ, ਇਹ ਲੋਕਾਂ ਨੇ ਦੇਖ ਲਿਆ। ਇੱਕ ਉਹ ਨੇ ਜੋ ਕਹਿੰਦੇ ਨੇ ਉਹ ਕਰਦੇ ਨੇ। ਇਹ ਤਾਂ ਮੈਂ ਤੁਹਾਨੂੰ 2-4 ਗਿਣਾਏ ਨੇ ਨਾ, ਅਤੇ ਗਿਣਾਉਣ ਨੂੰ ਤਾਂ ਮੈਂ 20 ਗਿਣਾ ਸਕਦਾ ਹਾਂ। ਜੋ ਕੁਛ ਪੰਜਾਬ ਦੇ ਵਿੱਚ ਹੋਇਆ ਆ, ਤੁਹਾਡਾ ਇਲਾਕਾ ਵੀ ਅਤੇ ਸਾਡਾ ਇਲਾਕਾ ਵੀ, ਅਤੇ ਸਮੁੱਚੇ ਪੰਜਾਬ 'ਚ ਇਹ ਆਦਤ ਹੈ ਕਿ ਜਿਹੜੇ ਕਿਸਾਨ ਭਾਈਚਾਰਾ ਖੇਤਾਂ ਦੇ ਵਿੱਚ ਫਾਰਮ ਹਾਊਸ ਬਣਾ ਕੇ ਰਹਿੰਦੇ, ਅਤੇ ਖਾਸ ਕਰਕੇ ਗੁਰਦਾਸਪੁਰ 'ਚ, ਅੰਮ੍ਰਿਤਸਰ, ਤਰਨਤਾਰਨ ਦੇ ਵਿੱਚ ਤਾਂ ਬਹੁਤਾਤ ਹੈ ਮਾਝੇ 'ਚ, ਕਿ ਲੋਕਾਂ ਨੂੰ ਇੱਕ ਸੁਭਾਅ ਬਣ ਗਿਆ ਕਿ ਖੇਤਾਂ 'ਚ ਰਹਿਣਾ, ਉੱਥੇ ਆਪਦੀ ਰਿਹਾਇਸ਼ ਕਰ ਬਣਾਉਣੀ। ਖੇਤਾਂ ਦੇ ਵਿੱਚ ਪੱਕੇ ਰਾਹ ਬਣਾਉਣ ਦਾ ਕੰਮ ਸ਼ੁਰੂ ਕੀਤਾ ਸਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਖੇਤਾਂ ਦੇ ਵਿੱਚ ਜੇ 24 ਘੰਟੇ ਬੱਤੀ ਪਹੁੰਚਾਈ ਹੈ, ਜਿਹੜੀ ਕਦੇ ਕੋਈ ਸੋਚ ਨਹੀਂ ਸਕਦਾ, ਉਹ ਸਭ ਪ੍ਰਕਾਸ਼ ਸਿੰਘ ਬਾਦਲ ਨੇ ਪਹੁੰਚਾਈ। ਪਰ ਇਹ ਤਾਂ ਕਹਿੰਦੇ ਨੇ ਕਿ ਜੀ ਖਜ਼ਾਨਾ ਹੀ ਖਾਲੀ ਹੋ ਕੇ ਕਰ ਛੱਡਿਆ ਇਹਨਾਂ ਨੇ ਜੀ। ਅਸੀਂ ਇਹਨਾਂ ਦਾ ਭਾਰ ਜਿਹੜੀ ਹੈ 10 ਸਾਲ ਅਕਾਲੀ ਦਲ ਦੀ ਗੌਰਮੈਂਟ ਰਹੀ ਹੈ, ਉਹਦਾ ਭਾਰ ਹੀ ਜਿਹੜਾ ਸਾਡੇ ਕੋਲ ਨਹੀਂ ਚੁੱਕਿਆ ਗਿਆ, ਤਾਂ ਕਰਕੇ ਸਾਰਾ ਕਿਉਂਕਿ ਕੰਮ ਹੀ ਜਿਹੜੇ ਆ ਇੰਨਾ ਕਰਜ਼ਾ ਕਰ ਦਿੱਤਾ ਪੰਜਾਬ ਦੇ ਸਿਰ। ਦੇਖੋ ਮੈਂ ਦੱਸਦਾ ਹਾਂ ਕਿ ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਸਾਡੀ ਸਰਕਾਰ ਵੇਲੇ ਵੀ ਕਰਜ਼ਾ ਲਿਆ ਗਿਆ। ਸਾਡੀ ਸਰਕਾਰ ਜਦੋਂ ਬਣੀ ਸੀ ਲਗਭਗ 1 ਲੱਖ ਕਰੋੜ ਦੇ ਕਰੀਬ ਕਰਜ਼ਾ ਸੀਗਾ, ਅਤੇ ਲੱਖ ਕਰੋੜ ਜਿਹੜਾ ਸਾਡੀ ਸਰਕਾਰ ਦੇ ਸਮੇਂ ਵੱਧ ਤੋਂ ਵੱਧ ਮੇਰਾ ਖਿਆਲ ਕਰਜ਼ਾ ਲੈ ਗਿਆ, ਇਸ ਤੋਂ ਘੱਟ ਹੀ ਸੀ। ਉਸ ਕਰਜ਼ੇ ਦੀ ਜਿਹੜੀ ਇਨਵੈਸਟਮੈਂਟ ਹੋਈ ਹੈ ਪੰਜਾਬ ਦੀ ਬਿਹਤਰੀ ਵਾਸਤੇ, ਮੈਂ ਮੰਨ ਲਓ ਆਪਦਾ ਘਰ ਬਣਾਇਆ ਹੈ, ਅਤੇ ਘਰ ਬਣਾਇਆ ਅਤੇ ਜੇ ਮੈਂ ਕਰਜ਼ਾ ਲੈ ਲਿਆ ਤਾਂ ਮੈਂ ਐਸਟ ਤਾਂ ਤਿਆਰ ਕਰ ਲਿਆ ਨਾ, ਕੁਛ ਕੀਤਾ ਤਾਂ ਹੈਗਾ ਨਾ, ਕੁਛ ਬਣਿਆ ਤਾਂ ਹੈਗਾ ਨਾ, ਹੌਲੀ ਹੌਲੀ ਰਾਜੂ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰਜ਼ਾ ਹਰੇਕ ਸਰਕਾਰ ਲੈਂਦੀ ਹੈ, ਹਿੰਦੁਸਤਾਨ ਦੀ ਸਰਕਾਰ ਵੀ ਲੈਂਦੀ ਹੈ, ਵੱਖ-ਵੱਖ ਸੂਬਿਆਂ ਦੀ ਸਰਕਾਰਾਂ ਲੈਂਦੀਆਂ ਨੇ। ਇੱਥੋਂ ਤੱਕ ਜਾਪਾਨ ਹੈ, ਜਾਪਾਨ ਦੀ ਜਿੰਨੀ ਆਮਦਨ ਉਸ ਤੋਂ ਵੱਧ ਉਹਦੇ ਸਿਰ 'ਤੇ ਕਰਜ਼ਾ ਆ। ਜਾਪਾਨ ਤੋਂ ਵੱਧ ਕੋਈ ਡਿਵੈਲਪ ਕੰਟਰੀ ਹੈ ਨਹੀਂ, ਉਹਨਾਂ ਦੇ ਸਿਰ ਤੁਸੀਂ ਉਹਨਾਂ ਚੈੱਕ ਕਰੋਗੇ, ਉਹਨਾਂ ਦੇ ਸਿਰ 'ਤੇ ਵੀ ਕਰਜ਼ਾ।
ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਤੁਸੀਂ ਕਦੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ, ਸਭ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਕਿਸੇ ਮੰਤਰੀ ਵੱਲੋਂ, ਇੱਥੋਂ ਕਿ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਸੀ, ਕਦੀ ਉਹਨਾਂ ਦਾ ਬਿਆਨ ਸੁਣਿਆ ਸੀ ਕਿ ਸਾਡੇ ਕੋਲ ਖਜ਼ਾਨੇ 'ਚ ਪੈਸੇ ਹੈ ਨਹੀਂ। ਖਜ਼ਾਨਾ ਕੋਈ ਕੋਠਾ ਹੈ ਜਿਹੜਾ ਭਰਿਆ ਹੁੰਦਾ, ਇਹ ਤਾਂ ਮੈਨੇਜ ਕਰਨਾ ਪੈਂਦਾ ਆ, ਤਰੀਕਾ ਅਪਣਾਉਣਾ ਪੈਂਦਾ ਆ, ਪੈਂਦਾ ਉਹਨੂੰ ਖਰਚਣਾ ਪੈਂਦਾ, ਇੱਕ ਜਿਹੜੀ ਪਲੈਨਿੰਗ ਤਿਆਰ ਕਰਨੀ ਪੈਂਦੀ ਹੈ, ਉਹ ਹੈ ਨਹੀਂ। ਇਹਨਾਂ ਨੇ ਸਮਝਿਆ ਕਿ ਸ਼ਾਇਦ ਅਕਾਲੀ ਸਰਕਾਰ ਵੇਲੇ ਮਨਪ੍ਰੀਤ ਸਿੰਘ ਬਾਦਲ ਹੀ ਜਿਹੜਾ ਵਿੱਤ ਵਿਭਾਗ ਚਲਾਉਂਦਾ ਰਿਹਾ, ਇਹਨੂੰ ਤਾਂ ਵਿਚਾਰੇ ਨੂੰ ਊੜਾ ਐੜਾ ਨਹੀਂ ਆਉਂਦਾ, ਊੜਾ ਐੜਾ ਨਹੀਂ ਆਉਂਦਾ, ਸ਼ਹਿਰੋ ਸ਼ਹਿਰੀ ਜਿੰਨੀ ਮਰਜ਼ੀ ਸੁਣ ਲਓ, ਇਹਨੂੰ ਵਿੱਤ ਵਿਭਾਗ ਦੀਆਂ ਜਿਹੜੀਆਂ ਮੁੱਢਲੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹਨਾਂ ਗੱਲਾਂ ਦਾ ਵੀ ਨਹੀਂ ਪਤਾ। ਮੈਂ ਚਲੋ ਇਸ ਪਾਸੇ ਨਹੀਂ ਜ਼ਿਆਦਾ ਜਾਣਾ ਚਾਹੁੰਦਾ। ਹੁਣ ਤੁਸੀਂ ਦੱਸੋ ਕਿ ਜਿਹੜਾ 1.5 ਲੱਖ ਕਰੋੜ ਇਹਨਾਂ ਬਿਨਾਂ ਕੁਛ ਕੀਤੇ ਤੋਂ ਕੋਈ ਕੰਮ ਕੀਤਾ ਪੰਜਾਬ 'ਚ? ਤੇ 1.5 ਲੱਖ ਕਰੋੜ ਇਹਨਾਂ ਨੇ ਸਿਰ ਤੇ ਚਾੜ੍ਹਤਾ। ਉਹ ਕਹਿੰਦੇ ਨੇ ਸਾਡੀ ਉਮੀਦ ਜਾਗੀ, ਹੁਣ ਪ੍ਰਧਾਨ ਬਦਲਿਆ ਸਾਡਾ ਨਵਜੋਤ ਸਿੰਘ ਸਿੱਧੂ ਜੋ ਨੇ ਉਹ ਪ੍ਰਧਾਨ ਬਣ ਗਏ ਨੇ। ਹੁਣ ਜਿਹੜੇ 5 ਉਹਨਾਂ ਨੇ ਚਿੱਠੀ ਦੇ ਵਿੱਚ ਪੁਆਇੰਟ ਲਿਖ ਕੇ ਵੀ ਦਿੱਤੇ ਨੇ ਕਿ ਉਹ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋ ਜਾਏਗਾ, ਤੇ ਜਿਹੜੇ ਕਾਂਗਰਸੀ ਨੇ ਉਹ ਇਸ ਵਕਤ ਪੂਰੇ ਜਿਹੜੇ ਕੌਨਫੀਡੈਂਸ ਦੇ ਵਿੱਚ ਗੱਲ ਕਰਦੇ ਨੇ ਕਿ ਹੁਣ ਕੋਈ ਨਾ ਕੁਝ ਸਮਾਂ ਜ਼ਰੂਰ ਜਿਹੜਾ ਹੈ ਉਹ ਬਦਲੇਗਾ। ਦੇਖੋ, ਨਵਜੋਤ ਸਿੰਘ ਸਿੱਧੂ 2022 ਨੂੰ ਲੈ ਕੇ ਨਹੀਂ ਚੱਲ ਰਿਹਾ। ਨਵਜੋਤ ਸਿੰਘ ਸਿੱਧੂ ਨੂੰ ਪਤਾ ਵੀ 2022 'ਚ ਕੱਖ ਨਹੀਂ ਬਣਨਾ, ਤੇ ਜਿਹੜੇ ਸਿਆਣੇ ਕਾਂਗਰਸੀ ਉਹਨਾਂ ਨੂੰ ਪਤਾ ਵੀ ਕੱਖ ਨਹੀਂ ਬਣਨਾ। 2022 'ਚ ਜ਼ਮਾਨਤਾਂ ਹੀ ਬਚਣ ਕਾਂਗਰਸ ਦੀਆਂ ਇੰਨੀ ਬੜੀ, ਤੇ ਮੇਰੇ ਖਿਆਲ ਬਾਲੀ ਥਾਈਂ ਜ਼ਮਾਨਤਾਂ ਵੀ ਨਹੀਂ ਬਚਣੀਆਂ ਇਤਨੀਆਂ। ਹਾਲਾਤ ਇਹ ਨੇ ਕਾਂਗਰਸ ਦੇ। ਔਰ ਨਵਜੋਤ ਸਿੰਘ ਸਿੱਧੂ ਆਉਣ ਵਾਲੀ 2027 ਨੂੰ ਲੈ ਕੇ ਚੱਲ ਰਿਹਾ। ਉਹਦੀ ਲੜਾਈ ਸਿਰਫ ਆਉਣ ਵਾਲੇ ਸਮੇਂ ਦੀ ਹੈ ਕਿ ਮੈਂ ਜਿਹੜਾ ਆ ਪੰਜਾਬ ਦੇ ਅੰਦਰ ਕਾਂਗਰਸ ਦਾ ਸਰਵੇ ਬਣਨਾ ਆ, ਤੇ ਮੈਂ ਅੱਗੇ ਨੂੰ ਲੈ ਕੇ ਜਾਣਾ, ਤੇ ਆਪ ਵੀ ਜਿਹੜੀਆਂ ਮੇਰੀਆਂ ਐਂਬੀਸ਼ਨਜ਼ ਨੇ, ਜਿਹੜੀਆਂ ਮੇਰੀਆਂ ਇੱਛਾਵਾਂ ਨੇ, ਉਹਨਾਂ ਦੀ ਹੁਣ ਪੂਰਤੀ ਕਰਨੀ ਹੈ। ਤੇ ਨਵਜੋਤ ਸਿੰਘ ਸਿੱਧੂ ਨੂੰ ਪਤਾ ਵੀ ਕੱਖ ਨਹੀਂ ਬਣਨਾ। ਤੁਸੀਂ 4.5 ਸਾਲਾਂ 'ਚ ਕੱਖ ਨਹੀਂ ਕੀਤਾ, ਹੁਣ 3 ਮਹੀਨਿਆਂ 'ਚ ਕੀ ਕਰ ਲਓਗੇ? 3 ਮਹੀਨਿਆਂ ਨੂੰ ਤਾਂ ਚੋਣ ਜ਼ਾਬਤਾ ਲੱਗ ਜਾਣਾ ਹੈ। ਅੱਜ ਜੁਲਾਈ ਲੰਘ ਗਈ, ਅਗਸਤ, ਸਤੰਬਰ, ਅਕਤੂਬਰ ਤੇ ਨਵੰਬਰ 4 ਮਹੀਨੇ ਰਹਿ ਗਏ। ਦਸੰਬਰ 'ਚ ਜ਼ਾਬਤਾ ਲੱਗ ਜਾਣਾ ਹੈ, ਤੇ 4 ਮਹੀਨਿਆਂ 'ਚ ਕੀ ਕਰ ਲਓਗੇ? ਕੁਛ ਹੋ ਜੂ ਹੈਗਾ ਤੁਹਾਡੇ ਕੋਲ? ਕੀ ਹੈ? ਹਾਂ, ਐਲਾਨ ਕਰ ਦਿਓਗੇ। ਐਲਾਨ ਕਰਨੇ ਸਰਕਾਰ ਵਾਸਤੇ, ਨੋਟੀਫਿਕੇਸ਼ਨ ਕਰਨੀ ਸਰਕਾਰ ਵਾਸਤੇ ਬੜੀ ਸੌਖੀ ਹੁੰਦੀ ਹੈ ਕਿ ਆਪੇ ਜਿਹੜੇ ਆਉਂਦੇ ਰਹਿਣਗੇ ਉਹਨਾਂ ਦੇ ਸਿਰ ਤੇ ਬੋਝ ਪਿਆ ਰਹੂਗਾ, ਉਹ ਭੁਗਤਦੇ ਰਹਿਣਗੇ, ਕਰਦੇ ਰਹਿਣਗੇ। ਪਰ ਪਹਿਲਾਂ ਵੀ ਤਾਂ ਵਾਅਦੇ ਹੋਏ ਸਨ, ਵਾਅਦੇ ਐਲਾਨਾਂ ਦੇ ਨਾਲ ਹੀ ਸਰਕਾਰ ਦੀ, ਜਿਸ ਤਰ੍ਹਾਂ ਤੁਸੀਂ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਤੇ ਹੁਣ ਵੀ, ਤੇ ਇਹ ਰਿਪੀਟ ਫਿਰ ਇਸ ਤਰ੍ਹਾਂ ਹੀ ਹੋ ਸਕਦਾ। ਦੇਖੋ, 1997 ਸਭ ਪ੍ਰਕਾਸ਼ ਸਿੰਘ ਬਾਦਲ ਨੇ ਵੋਟਾਂ ਦੇ ਸਮੇਂ ਵਾਅਦਾ ਕੀਤਾ ਸੀਗਾ ਜੇ ਮੇਰੀ ਸਰਕਾਰ ਬਣੀ ਤਾਂ ਮੈਂ ਕਿਸਾਨੋਂ ਬੰਬੀਆਂ ਦੇ ਬਿੱਲ ਮਾਫ਼ ਕਰੂੰ, ਮੈਂ ਮਾਮਲਾ ਮਾਫ਼ ਕਰੂੰ, ਮੈਂ ਗਰੀਬਾਂ ਨੂੰ ਸ਼ਗਨ ਸਕੀਮ ਦਊਂ, ਤੇ 200 ਯੂਨਿਟ ਬਿਜਲੀ ਦਾ ਮਾਫ਼ ਕਰੂੰ ਗਰੀਬਾਂ ਵਾਸਤੇ। ਤੇ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਕੀਤਾ ਸੀਗਾ। ਇਹ ਨਹੀਂ ਕਿ 5 ਸਾਲ ਸਰਕਾਰ ਹੰਢਾ ਕੇ ਜਾਣ ਲੱਗਿਆਂ ਕੀਤਾ ਸੀਗਾ। ਜੇ 2007 ਦੀ ਸਰਕਾਰ ਵਿੱਚ ਕਿਹਾ ਕਿ ਜੇ ਮੇਰੀ ਸਰਕਾਰ ਬਣ ਗਈ ਮੈਂ ਆਟਾ ਦਾਲ ਸਕੀਮ ਦਊਂ, 2 ਰੁਪਏ ਕਿਲੋ ਕਣਕ, ਤੇ ਲੋਕਾਂ ਨੂੰ ਛੋਲੇ ਮਿਲਦੇ ਰਹੇ, ਦਾਲ ਮਿਲਦੀ ਰਹੀ। ਕਦੇ ਸੋਚ ਸਕਦੇ ਜੀ ਵੀ 2 ਰੁਪਏ ਕਿਲੋ ਕਣਕ ਵੀ ਮਿਲ ਸਕਦੀ ਹੈ? ਸਮੁੱਚੇ ਹਿੰਦੁਸਤਾਨ 'ਚ ਸਭ ਤੋਂ ਪਹਿਲਾਂ ਸਭ ਪ੍ਰਕਾਸ਼ ਸਿੰਘ ਬਾਦਲ ਨੇ ਸਕੀਮ ਸ਼ੁਰੂ ਕੀਤੀ, ਤੇ ਫਿਰ ਆਸਤਾ ਜਾ ਕੇ 2013 ਦੇ ਵਿੱਚ ਜਾ ਕੇ ਕੇਂਦਰ ਸਰਕਾਰ ਨੇ ਵੀ ਸ਼ੁਰੂ ਕੀਤੀ। ਤੇ ਇਸ ਕਰਕੇ ਜਿਹੜੀਆਂ ਜੋ ਕਿਹਾ, ਜੇ ਆਟਾ ਦਾਲ ਸਕੀਮ ਦੀ ਗੱਲ ਕੀਤੀ ਤੇ ਅਗਸਤ 2007 ਦੇ ਵਿੱਚ ਸ਼ੁਰੂ ਕਰਤੀ। ਹਾਂਜੀ, ਤੇ ਇੱਥੇ ਦੇ ਵਾਅਦੇ ਵੱਡੇ ਵੱਡੇ ਕੀਤੇ ਗਏ ਆ, ਤੇ ਕੀਤਾ ਹੁਣ ਤੱਕ ਕੱਖ ਵੀ ਨਹੀਂ ਗਿਆ। ਤੇ ਹੁਣ ਕਿੱਥੋਂ ਨਵਜੋਤ ਸਿੰਘ ਸਿੱਧੂ ਜਿਹੜਾ ਯਾਰ ਠੋਕੋ ਤਾੜਾ ਆ, ਜਿਹੜਾ ਕਿਸੇ ਘੜੇ ਦਾ ਢੱਕਣ ਨਹੀਂ। ਹਾਂਜੀ, ਉਹ ਇੱਕ ਮੈਨੂੰ ਹੁਣ ਕਹਾਵਤ ਜੀ ਭੁੱਲ ਗਈ ਹੈ, ਇੱਕ ਉਹ ਨਾ ਕੋਈ ਮੁੰਡਾ ਦਾਖਲ ਹੋਣ ਚਲਾ ਗਿਆ, ਤੇ ਉਹਨੂੰ ਮਾਸਟਰ ਪੁੱਛਦਾ ਤੇਰੀ ਮਾਂ, ਤੇਰੇ ਪਿਓ ਦਾ ਨਾਂ ਕੀ ਹੈ? ਉਹਨੇ ਕਿਹਾ ਜੀ ਪਹਿਲੋਂ ਮਾਂ ਜਿਹੜੀ ਫਲਾਣਿਆਂ ਦੇ ਵਸਦੀ ਸੀ ਉਹ ਬਾਪੂ ਸੀ, ਫਿਰ ਮਾਈ ਨੇ ਉਹ ਛੱਡਤਾ, ਫਿਰ ਫਲਾਣੇ ਦੇ ਜਾ ਕੇ ਵਸਣ ਲੱਗ ਪਈ, ਫਿਰ ਉਹ ਬਾਪੂ ਬਣਾ ਲਿਆ, ਫਿਰ ਫਲਾਣਿਆਂ ਦੇ ਜਾ ਕੇ ਚਲ ਗਈ, ਉਹ ਬਾਪੂ ਸੀ। ਅੱਜ ਕੱਲ੍ਹ ਮਾਂ ਹੈਗੀ ਆ ਕੋਲ ਦਰਜੀ, ਅੱਜ ਮੇਰਾ ਬਾਪੂ ਆ ਦਰਜੀ, ਤੇ ਅੱਗੇ ਮਾਈ ਦੀ ਮਰਜ਼ੀ। ਤੇ ਅੱਜ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਵਾਸਤੇ ਜਿਹੜਾ ਰਾਹੁਲ ਗਾਂਧੀ ਕੱਲ੍ਹ ਪੱਪੂ ਸੀ ਉਹ ਬਾਪੂ ਬਣਿਆ ਫਿਰਦਾ ਆ, ਕੱਲ੍ਹ ਵਿਚਾਰਾ ਕੈਪਟਨ ਅਮਰਿੰਦਰ ਸਿੰਘ ਪਿਓ ਸੀਗਾ, ਅੱਜ ਉਹਦੀ ਪਿਓ ਦੀ ਪੱਗ ਨੂੰ ਹੱਥ ਪਾਈ ਫਿਰਦਾ ਆ। ਤੇ ਇਹ ਜਿਹੜੇ ਲੋਕ ਹੁਣ ਸਮਝਣ ਲੱਗ ਪਏ ਆ, ਤਾੜਿਆਂ ਨਾਲ, ਡਾਇਲਾਗਾਂ ਨਾਲ ਸਿਆਸਤਾਂ ਨਹੀਂ ਚੱਲਦਾ। ਸਿਆਸਤ ਦੀ ਇੱਕ ਮਰਿਆਦਾ ਹੈ, ਸਿਆਸਤ ਦੀ ਇੱਕ ਮਰਿਆਦਾ ਆ, ਸਿਆਸਤ ਦੀ ਸੰਜੀਦਗੀ ਆ, ਸਿਆਸਤ ਦਾ ਇੱਕ ਸਿਧਾਂਤ ਹੈ। ਔਰ ਦੁੱਖ ਇਸ ਗੱਲ ਦਾ ਹੈ ਕਿ ਇਹੋ ਜਿਹੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਵਰਗਿਆਂ ਨੇ, ਸਿਮਰਜੀਤ ਬੈਂਸ ਵਰਗਿਆਂ ਨੇ, ਸੁਖਪਾਲ ਖਹਿਰੇ ਵਰਗਿਆਂ ਨੇ, ਭਗਵੰਤ ਮਾਨ ਵਰਗਿਆਂ ਨੇ ਪੰਜਾਬ ਦੀ ਸਿਆਸਤ ਨੂੰ ਗੰਦਿਆਂ ਕਰਤਾ, ਤੇ ਸਿਆਸੀ ਲੋਕਾਂ ਨੂੰ ਗੰਦਿਆਂ ਕਰਤਾ। ਸਿਆਸੀ ਲੋਕਾਂ ਨੂੰ ਇਹੋ ਜਿਹੇ ਲੋਕਾਂ ਦੇ ਵਿੱਚ ਪੇਸ਼ ਕਰਤਾ ਕਿ ਜਿਵੇਂ ਸਿਆਸੀ ਬੰਦੇ ਜਿਹੜੇ ਨੇ ਇਹ ਤੇ ਲਟੇਰੇ ਨੇ, ਡਾਕੂ ਨੇ। ਇਹਨਾਂ ਦੀ ਸੋਚ ਹੋ ਸਕਦੀ, ਇਹਨਾਂ ਦੀ ਮਾਨਸਿਕਤਾ ਹੋ ਸਕਦੀ ਇਹੋ ਜਿਹੀ। ਤੇ ਇਸ ਕਰਕੇ ਜਿਹੜਾ ਇਹਨਾਂ ਲੋਕਾਂ ਨੇ ਤੇ ਸਿਆਸਤ ਗੰਦੀ ਕਰਤੀ। ਜਿਹੜੇ ਸਿਆਸਤ ਗੰਦੀ ਕਰਨ ਵਾਲੇ ਲੋਕ ਨੇ
ਉਹਨਾਂ ਤੋਂ ਚੰਗੀ ਸਿਆਸਤ ਦੀ ਆਸ ਕੀ ਰੱਖ ਸਕਦੇ ਜੀ। ਕਿਸਾਨੀ ਅੰਦੋਲਨ ਇਸ ਵਕਤ ਜਿਹੜਾ ਹੈ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ। ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿੰਨਾ ਕੁ ਜਿਹੜਾ ਇਹ ਮੋਢੇ ਨਾਲ ਮੋਢਾ ਲਾ ਕੇ ਜਾਂ ਕਿਸਾਨੀ ਅੰਦੋਲਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਿੰਨੀ ਕੁ ਅਟੁੱਟੀ? ਦੇਖੋ ਅਰਸ਼ੀ ਜੀ, ਸਭ ਤੋਂ ਵੱਡੀ ਤਾਂ ਗੱਲ ਹੈ ਕਿ ਅਸੀਂ ਉਸ ਹਿੰਦੁਸਤਾਨ ਦੀ ਕੇਂਦਰ ਸਰਕਾਰ ਦਾ ਹਿੱਸਾ ਸੀ ਜਿਹੜੀ ਅੱਜ ਹਿੰਦੁਸਤਾਨ 'ਤੇ ਰਾਜ ਕਰਦੀ ਹੈ। ਅਸੀਂ ਉਹਦਾ ਗੱਠਜੋੜ ਦਾ ਹਿੱਸਾ ਸੀ ਔਰ ਯੂਨੀਅਨ ਕੈਬਨਿਟ ਦੇ ਵਿੱਚ ਯੂਨੀਅਨ ਕੈਬਨਿਟ ਮਿਨਿਸਟਰ ਸੀ। ਇਹ 'ਚ ਕੋਈ ਡਰਾਮਾ ਨਹੀਂ ਕਿ ਜਦੋਂ ਆਰਡੀਨੈਂਸ ਆਏ ਨੇ ਤੇ ਆਰਡੀਨੈਂਸਾਂ ਦੇ ਵਿੱਚ ਜਿਸ ਦਿਨ ਕੈਬਨਿਟ ਵਿੱਚ ਵੀ ਆਏ ਨੇ ਉਹਦੇ ਬਾਰੇ ਔਨ ਰਿਕਾਰਡ ਪਾਰਲੀਮੈਂਟ ਦੇ ਵਿੱਚ ਹੈ ਕਿ ਜਿਹੜੇ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਨੇ ਉਹ ਸਪਸ਼ਟੀਕਰਨ ਦਿੰਦਿਆਂ ਕਹਿੰਦੇ ਨੇ ਕਿ ਜਦੋਂ ਕੈਬਨਿਟ ਦੇ ਵਿੱਚ ਇਹ ਆਰਡੀਨੈਂਸ ਆਏ ਸੀ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਸ ਸਮੇਂ ਵੀ ਇਤਰਾਜ਼ ਉਠਾਇਆ ਸੀਗਾ ਕਿ ਇਹ ਕਿਸਾਨੀ ਨਾਲ ਸੰਬੰਧਿਤ ਹੈ, ਕਿ ਕਿਸਾਨਾਂ ਨੂੰ ਇਹਦੇ ਵਿੱਚ ਵਿਸ਼ਵਾਸ 'ਚ ਲੈ ਲਿਆ ਗਿਆ, ਕਿਸਾਨਾਂ ਨੂੰ ਇਹਦੇ ਬਾਰੇ ਪਤਾ ਵੀ ਇਹਦੇ ਵਿੱਚ ਹੈ ਕੀ ਹੈ। ਚਲੋ ਉਹਨਾਂ ਕਿਹਾ ਜੀ ਕਿਸਾਨਾਂ ਦੀ ਬਿਹਤਰੀ ਵਾਸਤੇ ਹੈ। ਸਵਾਲ ਉੱਠਿਆ ਜੀ ਵੀ ਇਹਦੇ ਨਾਲ MSP ਖਤਮ ਹੋ ਜਾਊਗੀ। ਸਾਨੂੰ ਕੇਂਦਰ ਸਰਕਾਰ ਨੇ ਕਿਹਾ ਕਿ ਕੋਈ MSP ਦਾ ਜਾਂ ਖਰੀਦ ਦਾ ਕੋਈ ਅਸਰ ਨਹੀਂ ਹੋਊਗਾ। ਪਹਿਲਾਂ ਸਪੋਰਟ ਦੇ ਵਿੱਚ ਵੀ ਬਿਆਨ ਦਿੱਤੇ ਨੇ। ਮੈਂ ਉਹੀ ਗੱਲ ਕਰਦਾ, ਅਸੀਂ ਇਸੇ ਕਰਕੇ ਜਿਹੜੀ ਸ਼ੁਰੂਆਤੀ ਜਿਹੜੀ ਗੱਲ ਜਿਹੜੀ ਹੈ। ਫਿਰ ਜਦੋਂ ਕਿਸਾਨਾਂ ਨੇ ਇਹਦੇ ਉੱਤੇ ਇਤਰਾਜ਼ ਉਠਾਏ, ਜਦੋਂ ਉਹਨਾਂ ਨੇ ਗੱਲ ਸਾਰੀ ਸਾਹਮਣੇ ਰੱਖੀ ਵੀ ਇਹ ਦਿਸਦੇ ਕੁਝ ਹੋ ਰਿਹਾ, ਇਹ ਬਹੁਤ ਖਤਰਨਾਕ ਆ, ਪੰਜਾਬ ਦਾ ਮੰਡੀਕਰਨ ਸਿਸਟਮ ਖਤਮ ਹੋ ਜਾਊਗਾ, ਪੰਜਾਬ ਦੀ ਕਿਸਾਨੀ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਵੱਡਾ ਹਮਲਾ ਹੋਊਗਾ ਔਰ ਜਿਹੜਾ ਸਾਡਾ ਜ਼ਿਮੀਂਦਾਰ ਆ ਜਾਂ ਸਾਡੀ ਜਿਹੜੀ ਆਰਥਿਕਤਾ ਆ ਉਹ ਸਾਰੀ ਜਿਹੜੀ ਹੈ ਪੂੰਜੀਪਤੀਆਂ ਦੇ ਹੱਥਾਂ 'ਚ ਚਲੇ ਜਾਊ। ਕਿਸਾਨ ਜਥੇਬੰਦੀਆਂ ਦੇ ਨਾਲ ਬੈਠੇ, ਕਿਸਾਨੀ ਮਾਹਰਾਂ ਨਾਲ ਬੈਠੇ ਔਰ ਕਾਨੂੰਨੀ ਮਾਹਰਾਂ ਨਾਲ ਬੈਠ ਕੇ ਵਿਚਾਰਨ ਤੋਂ ਬਾਅਦ ਅਸੀਂ ਅਜੇ ਉਦੋਂ ਆਰਡੀਨੈਂਸ ਸੀ, ਅਸੀਂ ਹਿੰਦੁਸਤਾਨ ਦੀ ਸਰਕਾਰ ਕੋਲੇ ਕਿਹਾ ਕਿ ਇਹ ਜਿਹੜਾ ਮਸਲਾ ਕਿਸਾਨਾਂ ਨਾਲ ਵਿਚਾਰਿਆ ਜਾਵੇ, ਕਿਸਾਨਾਂ ਨਾਲ ਬੈਠ ਕੇ ਇਹਦੇ 'ਚ ਸੋਧਾਂ ਕੀਤੀਆਂ ਜਾਣ, ਉਸ ਤੋਂ ਬਾਅਦ ਜਿਹੜਾ ਆ ਇਹਨੂੰ ਪਾਰਲੀਮੈਂਟ 'ਚ ਲਿਆਂਦਾ ਜਾਵੇ। ਉਹਨਾਂ ਸਾਨੂੰ ਹਾਮੀ ਭਰੀ ਕਿ ਅਜੇ ਆਰਡੀਨੈਂਸ ਆ, ਜੇ ਅਸੀਂ ਪਾਰਲੀਮੈਂਟ 'ਚ ਬਿੱਲ ਦੇ ਰੂਪ 'ਚ ਲਿਆਵਾਂਗੇ ਤੇ ਅਸੀਂ ਕਿਸਾਨ ਜਿਹੜੇ ਸਾਡੇ ਕੋਲ ਸ਼ੰਕੇ ਆਏ ਨੇ, ਜਿਹੜੇ ਤੁਸੀਂ ਕਿਸਾਨਾਂ ਦੇ ਸਾਡੇ ਕੋਲ ਸ਼ੰਕੇ ਸੁਬੇ ਜਾਂ ਜਿਹੜੇ ਉਹਨਾਂ ਨੂੰ ਖਤਰੇ ਮਹਿਸੂਸ ਹੁੰਦੇ ਜਿਹੜੇ ਸਾਨੂੰ ਤੁਸੀਂ ਦੱਸੇ ਆ, ਇਹ ਅਸੀਂ ਦੂਰ ਕਰਕੇ ਫਿਰ ਪਾਰਲੀਮੈਂਟ 'ਚ ਲਿਆਵਾਂਗੇ। ਇਹ ਇਤਰਾਜ਼ ਉਦੋਂ ਕਰਦੇ ਰਹੇ ਤੁਸੀਂ? ਬਿਲਕੁਲ ਕਰਦੇ ਰਹੇ, ਅਖੀਰ ਤੱਕ ਕਰਦੇ ਰਹੇ ਔਰ ਇੱਥੋਂ ਤੱਕ ਕਿ ਜਦੋਂ ਇਨਲਿਸਟ ਹੋ ਗਿਆ ਵੀ ਇਹ ਬਿੱਲ ਜਿਹੜਾ ਪਾਰਲੀਮੈਂਟ 'ਚ ਆ ਰਿਹਾ ਆ, ਵੀ ਜਿਵੇਂ ਸਵੇਰੇ ਆਉਣਾ ਆ, ਤੇ ਇੱਕ ਦਿਨ ਪਹਿਲੋਂ ਵੀ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਿੱਲ ਲਿਆ ਰਹੇ ਜੇ, ਤੇ ਬਿੱਲ ਸਾਨੂੰ ਪਤਾ ਲੱਗਾ ਕਿ ਜਿਸ ਤਰ੍ਹਾਂ ਦੇ ਆਰਡੀਨੈਂਸ ਸੀ ਹੂ ਉਹੀ ਚੀਜ਼ ਲਿਆ ਰਹੇ ਜੇ। ਔਰ ਨੱਡਾ ਜੀ ਨੂੰ ਮਿਲਿਆ ਗਿਆ, ਹੋਮ ਮਿਨਿਸਟਰ ਨੂੰ ਮਿਲਿਆ ਗਿਆ, ਹੋਰ ਜਿਹੜੇ ਕੇਂਦਰ ਦੀਆਂ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਤੱਕ ਜਾ ਕੇ ਅਖੀਰਲੇ ਦਮ ਤੱਕ ਵੀ ਅਸੀਂ ਦਰਵਾਜ਼ਾ ਖੜਕਾਇਆ ਕਿ ਭਾਈ ਇਸ ਤਰ੍ਹਾਂ ਨਾ ਕਰੋ, ਇਹਨੂੰ ਪੇਸ਼ ਨਾ ਕਰੋ, ਤੁਸੀਂ ਜ਼ਿਆਦੀ ਗੱਲ ਆ ਤੁਸੀਂ ਪਾਰਲੀਮੈਂਟ 'ਚ ਲੈ ਆਓ ਤੇ ਇਹਨੂੰ ਸਿਲੈਕਟ ਕਮੇਟੀ ਦੇ ਹਵਾਲੇ ਕਰ ਦਿਓ, ਸਿਲੈਕਟ ਕਮੇਟੀ ਦੇ ਹਵਾਲੇ ਕਰ ਦਿਓ, ਆਪੇ ਪੈਂਡਿੰਗ ਹੋ ਜਾਊਗਾ। ਉਹਨਾਂ ਕਿਹਾ ਜੀ ਕੋਈ ਨਹੀਂ ਇਸ ਤਰ੍ਹਾਂ ਕਰ ਲਾਂਗੇ। ਜਦੋਂ ਲਿਆਣ ਕੇ ਪਾਰਲੀਮੈਂਟ 'ਚ ਪੇਸ਼ ਕਰਤਾ, ਫਿਰ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਰ ਲਿਆ ਸੀਗਾ ਕਿ ਜੇ ਇਹ ਹੂ ਲੈ ਕੇ ਆਉਂਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਵਿਰੋਧ ਵੀ ਕਰੂਗਾ, ਡਟ ਕੇ ਉਹਨਾਂ ਦੇ ਵਿਰੁੱਧ ਬੋਲੂਗਾ ਵੀ, ਅਸਤੀਫਾ ਵੀ ਦੇਵਾਂਗੇ ਤੇ ਉਹਨਾਂ ਦੇ ਵਿਰੁੱਧ ਵੋਟ ਵੀ ਪਾਵਾਂਗੇ। ਔਰ ਇੱਥੋਂ ਤੱਕ ਕਿ ਗੱਠਜੋੜ ਵੀ ਅਸੀਂ ਛੱਡਿਆ। ਸਾਨੂੰ ਦੱਸ ਦਿਓ ਕਿ ਸਾਡੇ ਤੋਂ ਇਲਾਵਾ ਕਿਸੇ ਵਿਅਕਤੀ ਨੇ ਕਿਸਾਨੀ ਸੰਘਰਸ਼ ਵਾਸਤੇ ਉਹਦਾ ਛੱਡਿਆ? ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ ਅਸਤੀਫਾ ਦੇ ਦੂੰ, ਅਸਤੀਫਾ ਲਿਖ ਕੇ ਜੇਬ 'ਚ ਪਾਇਆ ਕਿਸਾਨੀ ਵਾਸਤੇ, ਦੇਤਾ। ਸਾਲ ਤੋਂ ਉੱਤੇ ਹੋ ਗਿਆ, ਉਹ ਕਿੱਦਣ ਦੇਣਾ ਅਸਤੀਫਾ? 2022 ਦੇ ਸ਼ੁਰੂ 'ਚ ਤਾਂ ਲੋਕਾਂ ਲੈ ਹੀ ਲੈਣਾ, ਉਦੋਂ ਤਾਂ ਦੇਣਾ ਹੀ ਪੈਣਾ। ਹੁਣ ਤਾਂ ਮਹੀਨੇ 4 ਰਹਿ ਗਏ ਆ ਤੇ ਤੁਸੀਂ ਹੁਣ ਤੱਕ ਨਹੀਂ ਦਿੱਤਾ। ਗੱਲਾਂ ਕਰਦੇ ਜੇ ਅਸੀਂ ਜੋ ਕਿਹਾ ਆਸਾਨ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਵਾਸਤੇ ਪੰਜਾਬ ਪਹਿਲੋਂ ਆ, ਕਿਸਾਨੀ ਪਹਿਲੋਂ ਆ, ਆਪਦੇ ਲੋਕ ਪਹਿਲੋਂ ਆ, ਜੋ ਕਰਨਾ ਪਊ ਕਰਾਂਗੇ। ਪਰ ਸਾਡੇ ਮਨ 'ਤੇ ਵੀ ਇਸ ਗੱਲ ਦਾ ਹੈਗਾ ਕਿ ਸ਼ੁਰੂਆਤੀ ਜਿਹੜਾ ਜਿਸ ਤਰ੍ਹਾਂ ਦਾ ਸਾਨੂੰ ਪ੍ਰਭਾਵ ਦਿੱਤਾ ਗਿਆ ਸੀ ਕੇਂਦਰ ਸਰਕਾਰ ਵੱਲੋਂ, ਤੇ ਉਹਦੇ ਵਿੱਚ ਜਿਹੜੀ ਆ ਇੱਕ ਭੁਲੇਖਾ ਪਾ ਕੇ ਰੱਖਿਆ ਗਿਆ ਸੀ। ਸਾਨੂੰ ਸ਼ੁਰੂ ਦੇ ਵਿੱਚ ਹੀ ਜਿਹੜਾ ਆ ਉਹ ਇਹਨੂੰ ਸਟੱਡੀ ਕਰ ਲੈਣਾ ਚਾਹੀਦਾ ਸੀਗਾ ਔਰ ਸਟੱਡੀ ਕਰਕੇ ਜਿਹੜਾ ਸਾਨੂੰ ਉਸ ਸਮੇਂ ਜਿਹੜਾ ਇੱਕ ਸ਼ਬਦ ਵੀ ਸਾਡੇ ਵੱਲੋਂ ਜਿਹੜਾ ਉਹ ਉਹਨਾਂ ਦੇ ਹੱਕ 'ਚ ਬੋਲਿਆ ਗਿਆ, ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਠੀਕ ਨਹੀਂ ਸੀ। ਪਰ ਫਿਰ ਵੀ ਜੋ ਕੁਛ ਵੀ ਉਹਦੇ ਵਾਸਤੇ ਕਿਸੇ ਨੇ ਲੜਾਈ ਲੜੀ, ਅੱਜ ਵੀ ਜੋ ਉੱਥੇ ਲੜ ਰਹੇ, ਬਾਕੀ ਤਾਂ ਗੱਲਾਂ ਕਰਦੇ ਆ ਨਾ, ਤੇ ਜੇ ਲੜੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਲੜਿਆ। ਔਰ JPC ਕਦੀ ਕੋਈ ਸੋਚ ਨਹੀਂ ਸਕਦਾ ਵੀ ਇਹ ਵੀ ਗੱਲ ਉੱਠ ਸਕਦੀ ਹੈ। ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਉਣ ਦੀ ਗੱਲ ਕਰਨਾ, ਹਾਂਜੀ, ਕਿਸਾਨੀ ਸੰਘਰਸ਼ ਵਾਸਤੇ, ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਗਿਣਤੀ ਵਾਸਤੇ, ਤੇ ਰਾਸ਼ਟਰਪਤੀ ਨੂੰ ਮਿਲਣਾ ਜਾ ਕੇ, ਤੇ ਜੱਦੋ ਜਹਿਦ ਰੋਜ਼ਾਨਾ ਨਾਅਰੇਬਾਜ਼ੀ ਕਰਨੀ, ਰੋਜ਼ਾਨਾ ਆਪਦੀ ਗੱਲ ਕਰਨੀ, ਤੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ।
ਇਹ ਕਿਸਾਨੀ ਦਾ ਮੁੱਦਾ ਤੇ ਇਹ ਗੁਰੂ ਸਾਹਿਬ ਦੀ ਬੇਅਦਬੀ ਸਾਰੀ ਸਿੱਖ ਕੌਮ ਦੀ ਜਿਹੜੀ ਆ ਹਿੱਦਰੇ ਲੁੰਦਰੇ ਗਏ ਨੇ। ਹੋਰ ਵੀ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਇਹ ਵੀ ਜਿਹੜਾ ਇਲਜ਼ਾਮ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਜਿਹੜੀ ਬੇਅਦਬੀ ਹੋਈ ਪਰ ਇਨਸਾਫ ਨਹੀਂ ਮਿਲਿਆ, ਜਿਹੜਾ ਕਿ ਹੁਣ ਤੱਕ ਲਟਕਦਾ ਆ ਰਿਹਾ ਤੇ ਸਿਆਸਤ ਲਗਾਤਾਰ ਜਾਰੀ ਹੈ। ਦੇਖੋ, ਸਾਨੂੰ ਵੀ ਸਾਰੀ ਜ਼ਿੰਦਗੀ ਇਸ ਗੱਲ ਦਾ ਅਫਸੋਸ ਰਹੂਗਾ, ਦੁੱਖ ਰਹੂਗਾ। ਦੁੱਖ ਤੇ ਹਰੇਕ ਨੂੰ, ਹਰੇਕ ਪੰਜਾਬੀ ਨੂੰ ਆ, ਹਰੇਕ ਧਾਰਮਿਕ ਵਿਅਕਤੀ ਨੂੰ, ਚਾਹੇ ਕਿਸੇ ਵੀ ਧਰਮ ਨੂੰ ਮੰਨਣ ਵਾਲਾ, ਔਰ ਖਾਸ ਕਰਕੇ ਸਿੱਖ ਜਗਤ ਨੂੰ। ਤੇ ਸਿੱਖ ਜਗਤ ਦੇ ਨਾਲ ਨਾਲ ਸਾਨੂੰ ਇਸ ਕਰਕੇ ਵੱਧ ਦੁੱਖ ਹੈ ਕਿ ਸਾਡੀ ਸਰਕਾਰ ਸਮੇਂ ਵਾਪਰਿਆ। ਅਰਸ਼ੀ ਜੀ, ਕਈ ਘਟਨਾਵਾਂ ਅਜਿਹੀਆਂ ਵਾਪਰਦੀਆਂ ਨੇ ਜਿਨ੍ਹਾਂ ਦੀ ਤਹਿ ਤੱਕ ਜਾਂਦਿਆਂ ਤੁਹਾਨੂੰ ਸਮਾਂ ਲੱਗਦਾ ਹੈ, ਜਿਨ੍ਹਾਂ ਤੱਕ ਪਹੁੰਚਦਿਆਂ ਤੁਹਾਨੂੰ ਸਮਾਂ ਲੱਗਦਾ ਹੈ। ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਨੂੰ ਪਤਾ ਹੈ ਕਿ ਬੇਅਦਬੀ ਦੇ ਦੋਸ਼ੀ ਕਿਹੜੇ ਹੈ, ਮੇਰੀ ਸਰਕਾਰ ਬਣ ਗਈ ਤਾਂ ਮੈਂ ਪੈਂਦਿਆਂ ਹੀ ਸਭ ਤੋਂ ਪਹਿਲੋਂ ਕਟਹਿਰੇ 'ਚ ਖੜਾ ਕਰੂੰ, ਸਜ਼ਾਵਾਂ ਦਊਂ। ਤੁਸੀਂ ਮੰਗ ਕਰਦੇ ਹੋ ਕਿ ਜਿਹੜੇ ਦੋਖੀ ਨੇ ਉਹਨਾਂ ਨੂੰ ਸਜ਼ਾ? 3.5 ਸਾਲ ਤੋਂ ਮਤਲਬ 4.5 ਸਾਲ ਹੋ ਗਏ ਕਿ ਇਹਨੂੰ ਸਜ਼ਾਵਾਂ ਹੋਈਆਂ, ਕੋਈ ਸਾਹਮਣੇ ਨੰਗਿਆਂ ਕੀਤਾ। ਹੁਣ ਕੀ ਹੈ ਕਿ ਰਣਬੀਰ ਸਿੰਘ ਖੱਟੜਾ ਜਿਹੜੇ IG ਰਿਟਾਇਰ ਹੋ ਗਏ, ਇਹਨਾਂ ਦੀ ਸਿੱਟ ਜਿਹੜੀ ਆ ਇਹ ਮੰਦਭਾਗੀਆਂ ਘਟਨਾਵਾਂ ਤੋਂ ਬਾਅਦ ਸਤਿਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਬਣਾਈ ਸੀ। ਉਹਨਾਂ ਨੇ ਬੜੇ ਵੇਰਵੇ ਤਹਿਤ, ਬੜੇ ਤੱਥਾਂ ਦੇ ਤਹਿਤ ਆਪ ਦਾ ਸਾਰਾ ਕੁਝ ਸਿੱਖ ਜਗਤ ਦੇ ਸਾਹਮਣੇ ਰੱਖਿਆ ਕਿ ਸਾਡੇ ਸਾਹਮਣੇ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਜਾਂ ਅਜਿਹੀਆਂ ਗੱਲਾਂ ਸਾਹਮਣੇ ਆ ਗਈਆਂ ਕਿ ਸਾਡੀ ਜਿਹੜੀ ਜਾਂਚ ਸ਼ੁਰੂਆਤੀ ਦੌਰ 'ਚ 4, 5, 6 ਮਹੀਨੇ ਸਾਨੂੰ ਹੋਰ ਪਾਸੇ ਤੋਰ ਛੱਡਿਆ ਕਿ ਅਸੀਂ ਇਹ ਮਹਿਸੂਸ ਕਰਦੇ ਰਹੇ ਕਿ ਜਿਹੜੇ ਦੋਸ਼ੀ ਆਹ ਲੋਕ ਨੇ। ਹਾਂਜੀ, ਉਹਨਾਂ ਨੇ ਇਹ ਵੀ ਦੱਸਿਆ, ਔਰ ਉਸ ਤੋਂ ਬਾਅਦ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਵੀ ਕਿਵੇਂ ਆ ਮੇਰੇ 'ਤੇ ਉਸ ਸਮੇਂ ਦੀ ਸਰਕਾਰ ਦਾ ਕਿੰਨਾ ਦਬਾਅ ਸੀ, ਬਾਦਲ ਸਰਕਾਰ ਦਾ, ਕਿ ਦੋਸ਼ੀਆਂ ਤੱਕ ਛੇਤੀ ਪਹੁੰਚੋ। ਪਰ ਪਹੁੰਚਦਿਆਂ ਮੈਨੂੰ ਕਾਫੀ ਟਾਈਮ ਲੱਗਾ ਤਾਂ ਮੈਂ ਪਹੁੰਚਿਆ। ਜਿਹੜੇ ਉਹਨਾਂ ਨੇ ਪ੍ਰੇਮੀ ਫੜੇ ਹੈ, ਜਿਹੜੇ ਉਹ ਚਲਾਨ ਕੀਤੇ ਨੇ। ਹਾਂਜੀ, ਹੁਣ ਜਿਹੜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਵਾਰ-ਵਾਰ ਅਕਾਲੀ ਦਲ ਵੱਲ ਗੱਲ ਕਰਦੇ, ਗੁਰੂ ਤੋਂ ਤਾਂ ਕੋਈ ਨਹੀਂ ਹੈਗਾ, ਇਹ ਵੀ ਕਹਿਣ ਕਿ ਜਿੰਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ, ਜਿੰਨੇ ਕਰਵਾਈ ਉਹਦਾ ਕੱਖ ਨਾ ਰਹੇ, ਜਿਹੜਾ ਬੇਅਦਬੀ ਵਾਲਿਆਂ ਨੂੰ, ਬੇਅਦਬੀ ਕਰਨ ਵਾਲਿਆਂ ਨੂੰ ਬਚਾਉਂਦਾ ਉਹਦਾ ਕੱਖ ਨਾ ਰਹੇ, ਤੇ ਜਿਹੜਾ ਬੇਅਦਬੀ ਤੇ ਸਿਆਸਤ ਕਰਦਾ ਉਹਦਾ ਕੱਖ ਨਾ ਰਹੇ। ਅਸੀਂ ਤਾਂ ਕਹਿੰਦੇ ਕਿ ਜੇ ਜਿੰਨੇ ਵੀ ਕੀਤੀ ਆ, ਜਿੰਨੇ ਵੀ ਕਰਵਾਈ ਆ, ਜਿਹੜਾ ਉਹਨਾਂ ਨੂੰ ਬਚਾਉਂਦਾ ਆ, ਜਿਹੜਾ ਉੱਤੇ ਸਿਆਸਤ ਕਰਦਾ ਆ, ਉਹਦਾ ਕੱਖ ਨਾ ਰਹੇ। ਤੇ ਜਿਹੜੀਆਂ ਗੱਲਾਂ ਕਰਦੇ ਇਹ ਕਿਉਂ ਨਹੀਂ ਕਹਿੰਦੇ? ਕਿਉਂਕਿ ਸਿਆਸਤ ਕਰਦੇ ਆ, ਇਹਨਾਂ ਲੋਕਾਂ ਨੇ ਸਿਆਸਤ ਕਰਨੀ ਹੈ। ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ। ਹੁਣ ਤੁਸੀਂ ਦੱਸੋ, 1 ਸਾਲ ਹੋ ਗਿਆ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਘਰ ਤੋਂ 10 ਕਿਲੋਮੀਟਰ ਦੂਰ ਪਿੰਡ ਕਲਿਆਣ ਪਟਿਆਲੇ 'ਚ, ਉੱਥੋਂ ਇੱਕ ਪੁਰਾਤਨ ਸਰੂਪ ਉੱਥੋਂ ਗੁੰਮ ਹੋਇਆ। ਸਾਲ ਤੋਂ ਉੱਤੇ ਹੋ ਗਿਆ, ਚੋਰੀ ਹੋਇਆ ਨਾ, ਲੱਭ ਗਿਆ। ਉਹ ਤਾਂ ਕਹਿੰਦੇ ਨੇ ਕਿ SGPC 'ਚ ਵੀ ਇੰਨੇ ਗਾਇਬ ਹੋ ਗਏ ਇਹਨਾਂ ਨੇ ਕੀਤਾ। ਮੇਰੇ ਪਹਿਲਾਂ ਇਹ ਗੱਲ ਦਾ ਜਵਾਬ ਦਿਓ। SGPC ਵਾਲੇ ਤਾਂ ਜਾਂਚ ਹੋਊਗੀ, ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਰਵਾਤੀ, ਲੋਕਾਂ ਦੇ ਸਾਹਮਣੇ ਤੱਥ ਰੱਖਤੇ। ਜੇ ਕਿਸੇ ਨੂੰ ਇਤਰਾਜ਼ ਹੈ, ਜੁਡੀਸ਼ੀਅਲ ਕਮਿਸ਼ਨ ਆ, ਦੂਸਰਾ ਸਾਡੇ ਕੋਲ ਸਿਵਲ ਕੋਰਟ, ਉੱਥੇ ਚਲੇ ਜਾਓ, ਤੁਸੀਂ ਗੱਲ ਕਰੋ, ਜਾ ਕੇ ਤੱਥਾਂ ਸਮੇਤ ਕਰੋ। ਜਾ ਕੇ ਉਹਨਾਂ ਤੱਥ ਸਾਹਮਣੇ ਕਰਤੇ ਨੇ। ਜੇ ਗਲਤ ਨੇ ਤਾਂ ਜਾ ਕੇ ਹਰ ਇੱਕ ਨੂੰ ਅਧਿਕਾਰ ਆ। ਮੈਂ ਪੁੱਛਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਕਲਿਆਣ ਪਿੰਡ ਦੇ ਗੁਰਦੁਆਰੇ ਤੋਂ ਇੱਕ ਪੁਰਾਤਨ ਸਰੂਪ ਚੋਰੀ ਹੋਇਆ, ਸਾਲ ਹੋ ਗਿਆ, ਲੱਭ ਗਿਆ। ਤੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ, ਕਦੀ ਉੱਥੇ ਗਏ ਆ, ਕਦੀ ਜਾ ਕੇ ਗੱਲ ਕੀਤੀ, ਫੇਰ ਆਜਾ ਮਾਰ ਕੇ ਆਣ ਕੇ, ਕਦੀ ਕਿਸੇ ਨੇ ਗੱਲ ਕੀਤੀ? ਆ ਪਿੰਡ ਜੌਲੀਆਂ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਅਗਨ ਭੇਟ ਕਰ ਦਿੱਤਾ ਗਿਆ, ਗੁਰਦੁਆਰਾ ਹੀ ਸਾੜ ਦਿੱਤਾ ਗਿਆ। ਮੈਂ ਕਿੰਨੀਆਂ ਗਣਾਵਾਂ, ਲਗਭਗ 150 ਤੋਂ ਉੱਤੇ ਬੇਅਦਬੀ ਜਿਹੜੀ ਆ 2017 ਤੋਂ ਬਾਅਦ ਹੋ ਚੁੱਕੀ ਹੈ। ਉਹ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੋ ਰਿਹਾ, ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਹੋਰ ਸੀਗਾ। ਤੇ ਗੁਰੂ ਤਾਂ ਸਾਡੇ ਵਾਸਤੇ ਉਹੀ ਹੈ। ਗੁਰਬਾਣੀ ਤੇ ਚਾਹੇ ਗੁਟਕਾ ਸਾਹਿਬ ਦੀ ਵੀ ਹੋਵੇ, ਤੇ ਸੱਚੇ ਪਾਤਸ਼ਾਹ ਨੇ ਤੇ ਜਿਹੜਾ ਗੁਰਬਾਣੀ ਆ ਉਹਨੂੰ ਦਰਜਾ ਜਿਹੜਾ ਆ ਗੁਰੂ ਦਾ ਦਿੱਤਾ ਆ। ਬਾਣੀ ਗੁਰੂ ਹੈ ਬਾਣੀ। ਇਹ ਗੁਰਬਾਣੀ ਦੇ ਵਿੱਚ ਅੰਕਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਅਸੀਂ ਕਹਿੰਦੇ ਹਾਂ ਵੀ ਜਿਹੜਾ ਉੱਥੇ ਬੁਰਜ ਜਵਾਹਰ ਸਿੰਘ ਵਾਲਾ ਸੀ, ਬਰਗਾੜੀ ਸੀ, ਜਾਂ ਮਲਕੇ ਸੀ, ਜਾਂ ਉਹ ਸੀ, ਉਹ ਗੁਰੂ ਗ੍ਰੰਥ ਸਾਹਿਬ ਸੀਗਾ। ਬਾਕੀ ਜਿਹੜਾ ਹੈ ਨਹੀਂ,
ਇਸ ਕਰਕੇ ਜਿਹੜੀਆਂ ਗੱਲਾਂ ਨੇ ਮੰਦਭਾਗੀਆਂ ਘਟਨਾਵਾਂ ਨੇ, ਸਾਨੂੰ ਅਫਸੋਸ ਆ, ਸਾਨੂੰ ਦੁੱਖ ਹੈ ਕਿ ਸਾਡੀ ਸਰਕਾਰ ਸਮੇਂ ਵਾਪਰੀਆਂ। ਪਰ ਜਿਸ ਕਦਰ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ, ਅੱਜ ਲੋਕ ਸਮਝਣ ਲੱਗ ਪਏ ਹੈ ਕਿ ਇਹਦਾ ਨੁਕਸਾਨ ਕਿਹਨੂੰ ਹੋਇਆ। ਜੋ ਘਟਨਾਵਾਂ ਵਾਪਰੀਆਂ ਸੀ ਇਹਦਾ ਨੁਕਸਾਨ ਕਿਹਦਾ ਹੋਇਆ? ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਨਾ, ਅਤੇ ਫਾਇਦਾ ਕਿਹਦਾ ਹੋਇਆ? ਦੂਜੀਆਂ ਧਿਰਾਂ ਦਾ ਹੋਇਆ ਨਾ, ਕਾਂਗਰਸ ਦਾ ਹੋਇਆ ਨਾ। ਅਤੇ ਮੈਂ ਤਾਂ ਕੀ ਸਿੱਧਾ ਕਾਂਗਰਸੀ ਨੂੰ ਕਹਿ ਦਿੰਦਾ, ਮੈਂ ਕਿਹਾ ਸਾਨੂੰ ਸੀਗਾ ਕਿ ਪਤਾ ਨਹੀਂ ਕੋਈ ਇਹ ਜਾਂਚ ਦਾ ਵਿਸ਼ਾ ਭਾਵੇਂ ਵੀ ਹੋ ਸਕਦਾ ਕਿ ਕੋਈ ਹੋਰ ਹੀ ਹੋਵੇ, ਪਰ ਮੇਰੇ ਵਰਗੇ ਨੂੰ ਸ਼ੱਕ ਹੈ ਕਿ ਉਹ ਕਾਂਗਰਸ ਜਿਹਨੇ 1984 ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਜਿਹੜਾ ਸਭ ਤੋਂ ਦੁਨੀਆ ਦਾ ਪਵਿੱਤਰ ਸਥਾਨ ਹੈ ਅਤੇ ਸਿੱਖਾਂ ਦੀ ਜਿੰਦ ਜਾਨ ਹੈ, ਉਹਦੇ ਉੱਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ। ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਕੀਤਾ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਸਿੱਖ ਤਰਸਦਾ ਰਹਿੰਦਾ ਹੈ ਅਤੇ ਰੋਜ਼ਾਨਾ ਅਰਦਾਸ ਕਰਦਾ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੋਨੋਂ ਵੇਲੇ ਅਰਦਾਸ ਕਰਦੇ ਹਾਂ। ਅਰਦਾਸ ਦੇ ਵਿੱਚ ਮੰਗਦੇ ਕੀ ਆ? ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਕੀ ਹੈ? ਸ਼੍ਰੀ ਹਰਿਮੰਦਰ, ਸ਼੍ਰੀ ਦਰਬਾਰ ਸਾਹਿਬ। ਅਤੇ ਸ਼੍ਰੀ ਦਰਬਾਰ ਸਾਹਿਬ ਉਹ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸੀ ਅਤੇ ਤਾਬਿਆ ਬੈਠਾ ਸੀ ਗ੍ਰੰਥੀ। ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜੂਨ 1984 'ਚ ਇੰਦਰਾ ਗਾਂਧੀ ਵੱਲੋਂ ਕੀਤੇ ਹੋਏ ਹਮਲੇ ਦੀ ਗੋਲੀ ਵੱਜੀ ਅਤੇ ਤਾਬਿਆ ਬੈਠਾ ਸਿੰਘ ਸ਼ਹੀਦ ਹੋਇਆ। ਔਰ ਰਾਗੀ ਸਿੰਘ ਵਿਚਾਰੇ ਵਰਦੀਆਂ ਗੋਲੀਆਂ 'ਚ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਦੀ ਮਰਿਆਦਾ ਨਿਭਾਉਂਦੇ ਰਹੇ ਅਤੇ ਮਰਿਆਦਾ ਨਿਭਾਉਂਦੇ ਹੋਏ ਸ਼ਹੀਦ ਹੋਏ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਜਨਰਲ ਸ਼ਵੇਕ ਸਿੰਘ ਜੀ, ਬੱਚੇ ਬੱਚੀਆਂ, ਬਜ਼ੁਰਗ, ਨੌਜਵਾਨ ਹਜ਼ਾਰਾਂ ਦੀ ਤਾਦਾਦ 'ਚ ਪਰਿਕਰਮਾ 'ਚ ਅਤੇ ਉਸ ਸਮੁੱਚੇ ਕੰਪਲੈਕਸ ਦੇ ਅੰਦਰ ਲਾਸ਼ਾਂ ਦੀਆਂ ਲਾਸ਼ਾਂ ਵਿਛ ਗਈਆਂ। ਸ਼੍ਰੀ ਹਰਿਮੰਦਰ ਦਾ ਜਲ ਜਿਹੜਾ ਲਹੂ ਲਹਾਨ ਹੋ ਗਿਆ, ਪਰਿਕਰਮਾ ਲਹੂ ਲਹਾਨ ਹੋ ਗਈ, ਕੀਤੀ ਕਿਹਨੇ ਸੀ? ਕਾਂਗਰਸ ਨੇ ਕੀਤੀ ਸੀ ਨਾ। ਅਤੇ ਹਜ਼ਾਰਾਂ ਸਰੂਪ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾੜ ਕੇ ਸਵਾਹ ਕਰ ਦਿੱਤੇ, ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਜਾਂ ਵੱਖ-ਵੱਖ ਥਾਵਾਂ 'ਤੇ। ਉਹਦੇ ਵਾਸਤੇ ਬੇਅਦਬੀ ਕਰਨੀ, ਜੇ ਸਿਆਸਤ ਦੀ ਖਾਤਰ 1984 ਦੀਆਂ ਪਾਰਲੀਮੈਂਟ ਦੀਆਂ ਹਿੰਦੁਸਤਾਨ ਦੇ ਅੰਦਰ ਚੋਣਾਂ ਜਿੱਤਣ ਦੀ ਖਾਤਰ ਅਤੇ ਸਮੁੱਚੇ ਹਿੰਦੁਸਤਾਨ ਦੇ ਅੰਦਰ ਬਹੁ ਗਿਣਤੀ ਦੇ ਵਿੱਚ ਇਹ ਪ੍ਰਭਾਵ ਦੇਣ ਦੀ ਖਾਤਰ ਕਿ ਸਿੱਖਾਂ ਨੂੰ ਮੈਂ ਰਗੜਤਾ ਜੇ, ਕਾਂਗਰਸ ਨੇ ਇਸੇ ਕਰਕੇ ਕੀਤਾ ਸੀ ਨਾ। ਸਿਰਫ ਇਹੀ ਸੀ, ਪੋਲਰਾਈਜੇਸ਼ਨ ਕਰਨੀ ਸੀ, ਵੋਟਾਂ ਖਿੱਚਣੀਆਂ ਸੀ ਹਿੰਦੁਸਤਾਨ ਦੇ ਅੰਦਰ, ਅਤੇ ਸਿੱਖਾਂ ਦਾ ਹਊਆ ਖੜਾ ਕਰਕੇ ਅਤੇ ਸਿੱਖਾਂ ਦਾ ਮਲੀਆ ਮੇਟ ਕਰਕੇ, ਨਸਲਕੁਸ਼ੀ ਕਰਕੇ, ਸਿੱਖਾਂ 'ਤੇ ਹਮਲਾ ਕਰਕੇ ਇੱਕ ਮੈਸੇਜ ਦਿੱਤਾ ਇੰਦਰਾ ਗਾਂਧੀ ਨੇ ਕਿ ਆਹ ਮੈਂ ਸਿੱਖ ਰਗੜੇ ਪੈ ਜੇ। ਅਤੇ ਪੂਰੇ ਹਿੰਦੁਸਤਾਨ 'ਚ ਉਹਨੇ ਜੈ ਜੈਕਾਰ ਆਪਦੀ ਕਰਵਾਈ ਅਤੇ ਉਹਦੇ ਸਿਰ 'ਤੇ 1984 ਦੀਆਂ ਪਾਰਲੀਮੈਂਟ ਚੋਣਾਂ ਜਿੱਤੀਆਂ। ਔਰ ਰਿਕਾਰਡ ਹੈ ਕਿ ਜਵਾਹਰ ਲਾਲ ਨਹਿਰੂ ਇਲੈਕਸ਼ਨ ਲੜਦਾ ਰਿਹਾ ਅਤੇ 350 ਤੋਂ ਵੱਧ ਨਹੀਂ ਕਦੀ ਜਿੱਤਿਆ, ਅਤੇ ਇੱਥੇ 450 ਜਿਹੜੀ ਸੀਟ ਹੈ ਇਕੱਲੀ ਕਾਂਗਰਸ ਨੇ 1984 'ਚ ਖੜੀ, 450। ਅਤੇ ਮੈਨੂੰ ਸ਼ੱਕ ਹੈ, ਮੇਰੇ ਵਰਗਿਆਂ ਨੂੰ ਸ਼ੱਕ ਹੈ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ, ਕਿਉਂਕਿ 2007 ਅਤੇ 2012 ਕਾਂਗਰਸ ਲਗਾਤਾਰ ਹਾਰ ਚੁੱਕੀ ਸੀ ਅਤੇ ਬੜੀ ਹਾਸ਼ੀਏ 'ਤੇ ਚਲੇ ਗਈ ਸੀ, ਅਤੇ ਉਹਨੂੰ ਜਿੱਤਣ ਵਾਸਤੇ ਇਹ ਜਿਹੜੀ ਹੈ ਕੌਂਸਪੀਰੇਸੀ, ਇਹ ਜਿਹੜੀ ਸਾਜ਼ਿਸ਼ ਹੈ, ਜਿਹੜੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਇਹਨਾਂ ਪਿੱਛੇ ਹੋ ਸਕਦਾ ਕਿ ਕਾਂਗਰਸੀ ਹੋ। ਤੁਸੀਂ ਅਕਾਲੀ ਦਲ ਦੇ ਬੁਲਾਰੇ ਹੋ, ਇੱਕ ਦੋਸ਼ ਹੋਰ ਲੱਗਦਾ ਹੈ ਕਿ ਜਿਹੜੇ ਬਿਜਲੀ ਸਮਝੌਤੇ ਨੇ, ਕਿਉਂਕਿ ਆਹ ਪਿਛਲੇ ਦਿਨਾਂ ਦੇ ਵਿੱਚ ਬਿਜਲੀ ਦੀ ਬੜੀ ਕਿੱਲਤ ਰਹੀ ਹੈ, ਝੋਨੇ ਦਾ ਸੀਜ਼ਨ ਸੀ, ਲਾਈਟ ਦੇ ਜਿਹੜੇ ਕੱਟ ਨੇ, ਅਤੇ ਇਹ ਜਿਹੜੇ ਗਲਤ ਜਿਹੜੇ ਤੁਸੀਂ ਕੀਤੇ ਨੇ ਬਿਜਲੀ ਸਮਝੌਤੇ, ਇਹ ਉਹਨਾਂ ਕਾਰਨ ਵਾਪਰਿਆ। ਅਤੇ ਹੁਣ ਸੁਖਬੀਰ ਹੋਰਾਂ ਦਾ ਬਿਆਨ ਆਇਆ ਸੀ ਕਿ ਬੇਸ਼ੱਕ ਦੀ ਉਹ ਜਿਹੜੇ ਨੇ ਉਹ ਕੈਂਸਲ ਵੀ ਕਰ ਦਿੱਤੇ, ਪਰ ਬਿਜਲੀ ਦੀ ਮੰਗ ਜਿਹੜੀ ਉਹ ਪੂਰੀ ਕੀਤੀ ਜਾਏ। ਤੁਸੀਂ ਕੀ ਮੰਨਦੇ ਹੋ ਬਤੌਰ ਅਕਾਲੀ ਦਲ ਦੇ ਬੁਲਾਰੇ, ਕਿ ਵਾਕਈ ਉਹ ਗਲਤ ਹੋਏ ਸਨ ਜਾਂ ਕਿਸ ਤਰ੍ਹਾਂ? ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਬੜੀ ਡਿਟੇਲ 'ਚ, ਬੜੇ ਵਿਸਥਾਰ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਕੱਲੀ ਚੀਜ਼, ਕੱਲਾ ਨੁਕਤਾ ਜਿਹੜਾ ਹੈ ਲੋਕਾਂ ਦੇ ਸਾਹਮਣੇ ਰੱਖਿਆ, ਕਿਉਂਕਿ ਸਾਡੀ ਪੰਜਾਬ ਦੀ ਸਿਆਸਤ ਹੋ ਗਈ ਗੰਦੀ ਕਿ ਝੂਠ ਬੋਲੀ ਚੱਲੋ, ਗੱਲ ਇੱਕ ਵਾਰ ਕਰੀ ਚੱਲੋ। ਹੁਣ ਜਿਹੜੇ ਬਿਜਲੀ ਸਮਝੌਤੇ ਨੇ, ਉਹਦਾ ਡਰਾਫਟ ਤਿਆਰ ਕੀਤਾ ਆ ਉਸ ਸਮੇਂ ਦੀ ਕੇਂਦਰੀ ਹਕੂਮਤ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ। ਉਸ ਡਰਾਫਟਿੰਗ ਤੋਂ ਬਾਹਰ ਕੋਈ ਸਰਕਾਰ ਨਹੀਂ ਜਾ ਸਕਦੀ। ਜਿਹੜੀਆਂ ਵੀ ਉਹ ਗਾਈਡਲਾਈਨਜ਼ ਨੇ, ਉਹਨਾਂ ਦੇ ਵਿੱਚ ਰਹਿ ਕੇ ਤੁਸੀਂ ਕਿਸੇ ਕੰਪਨੀ ਦੇ ਨਾਲ ਸਮਝੌਤਾ ਕਰ ਸਕਦੇ ਜੇ। ਅਤੇ ਉਹ ਸਮਝੌਤਾ ਜਿਹੜਾ ਆ, ਜਿਹੜੀਆਂ ਹਿੰਦੁਸਤਾਨ ਸਰਕਾਰ ਦੀਆਂ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਸੀ, ਜਾਂ ਜਿਹੜੇ ਨਿਯਮ ਸੀ, ਜਾਂ ਜਿਹੜੀਆਂ ਗਾਈਡਲਾਈਨ ਸੀ, ਉਹਨਾਂ ਦੀਆਂ ਪਾਲਣਾ ਕਰਦਿਆਂ ਉਹ ਸਮਝੌਤਾ ਕੀਤੇ ਗਏ। ਔਰ ਜਿਸ ਰੇਟ 'ਤੇ ਬੱਤੀ ਜਿਹੜੀ ਉਸ ਸਮੇਂ ਜਿਹੜੀ ਆ ਪਰ ਯੂਨਿਟ ਜਿਹੜੀ ਹੈ ਥਰਮਲ ਪਲਾਂਟਾਂ ਕੋਲੋਂ ਖਰੀਦਣ ਦਾ ਸੀਗਾ, ਉਸ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੱਸਤਾ ਕਿ ਬਾਕੀ ਜਿੰਨੇ ਥਰਮਲ ਪਲਾਂਟ ਲੱਗੇ ਸੀ ਉਸ ਸਮੇਂ, ਉਹਨਾਂ ਤੋਂ ਸਸਤੀ 2 ਰੁਪਏ 80 ਪੈਸੇ, 2 ਰੁਪਏ 99 ਪੈਸੇ ਯੂਨਿਟ ਜਿਹੜਾ ਆ, ਕਿਤੇ ਵੀ ਹੈ ਨਹੀਂ ਸੀਗਾ। ਇਹ ਅਸੀਂ ਉਸ ਸਮੇਂ ਸਾਡੇ ਜਿਹੜੇ ਆ ਸਮਝੌਤੇ ਹੋਏ। ਤੇ ਜਿਹੜੀ ਫਿਰ ਕਿਉਂ ਇਲਜ਼ਾਮ ਲੱਗਦੇ ਨੇ ਕਿ ਉਹ ਗਲਤ? ਦੇਖੋ, ਸਭ ਤੋਂ ਵੱਡੀ ਗੱਲ ਆ, ਇੱਕ ਗੱਲ ਕਹਿੰਦੇ ਜੀ
ਫਿਕਸਡ ਚਾਰਜ ਜਿਹੜੇ ਹੈ ਜੀ ਉਹਨਾਂ ਨੂੰ ਦਿੱਤੇ ਜਾਂਦੇ ਆ। ਫਿਕਸ ਚਾਰਜ ਤੇ ਆਪਾਂ ਸਰਕਾਰੀਆਂ ਨੂੰ ਦਿੰਦੇ ਹਾਂ, ਫਿਕਸ ਚਾਰਜ ਤੇ ਬਾਕੀ ਜਿਹੜੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸੂਬਿਆਂ 'ਚ ਜਿਹੜੇ ਥਰਮਲ ਪਲਾਂਟ ਲੱਗੇ ਉਹਨਾਂ ਨੂੰ ਦਿੰਦੇ ਹਾਂ। ਅਤੇ ਫਿਕਸ ਚਾਰਜ ਤਾਂ ਦੇਣੇ ਪੈਣਗੇ, ਉਹ ਇੱਕ ਨਿਯਮ ਹੈ। ਉਹ ਵੀ ਜਿਹੜੇ ਕੇਂਦਰ ਸਰਕਾਰ ਵੱਲੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਬਣਾਏ ਹੋਏ ਨਿਯਮ ਸੀ, ਉਹਨਾਂ ਦੇ ਤਹਿਤ ਹੋਇਆ। ਹੁਣ ਮੈਂ ਇੱਕ ਸਵਾਲ ਕਰਦਾ ਅਰਸ਼ੀ ਜੀ, ਤੁਹਾਨੂੰ ਪਤਾ ਬੱਤੀ ਪੰਜਾਬ 'ਚ ਕਦੋਂ ਆਈ ਸੀ? ਪਹਿਲੀ ਵਾਰ ਬੱਤੀ ਕਦੋਂ ਆਈ ਸੀ? ਆਪਣਾ ਕੀ ਕਹਿੰਦੇ ਹੁੰਦੇ, ਲਾਟੂ ਕਦੋਂ ਜਗਿਆ ਸੀਗਾ? ਪਤਾ ਕਿ ਨਹੀਂ ਪਤਾ? 1950 ਦੇ ਨੇੜੇ ਤੇੜੇ ਪੰਜਾਬ 'ਚ 1950 ਦੇ ਨੇੜੇ ਤੇੜੇ ਆਈ, ਅਤੇ 2017 'ਚ ਸਾਡੀ ਸਰਕਾਰ ਬਦਲਦੀ, ਅਕਾਲੀ ਦਲ ਦੀ ਸਰਕਾਰ ਬਦਲਦੀ। ਕਿੰਨੇ ਸਾਲ ਹੋ ਗਏ? 67 ਸਾਲ। 67 ਸਾਲਾਂ 'ਚ ਪੰਜਾਬ ਦੇ ਅੰਦਰ ਵਰਤੀ ਜਾ ਰਹੀ ਘਰੇਲੂ ਬਿਜਲੀ ਰੇਟ ਵੱਧਦਾ ਹੌਲੀ ਹੌਲੀ ਵੱਧਦਾ 5 ਰੁਪਏ ਕੁਛ ਪੈਸੇ ਯੂਨਿਟ ਸੀਗਾ। 5 ਰੁਪਏ ਕੁਛ ਪੈਸੇ ਯੂਨਿਟ ਸੀਗਾ 67 ਸਾਲਾਂ 'ਚ। 4.5 ਸਾਲਾਂ 'ਚ 10 ਰੁਪਏ ਹੋ ਗਿਆ। ਹਾਂਜੀ, 4.5 ਸਾਲਾਂ ਦੇ ਵਿੱਚ 17 ਤੋਂ ਲੈ ਕੇ ਹੁਣ 21 ਦਾ ਅੱਧ ਆ ਗਿਆ। 4.5 ਸਾਲਾਂ ਦੇ ਵਿੱਚ ਤੁਸੀਂ ਬੇੜਾ ਗਰਕ ਕਰਤਾ ਯੂਨਿਟ, ਤੁਸੀਂ ਬਿਜਲੀ ਦਾ ਰੇਟ ਡਬਲ ਕਰਤਾ, 10 ਰੁਪਏ ਯੂਨਿਟ ਕਰਤਾ। ਅਤੇ ਦੋਸ਼ੀ ਪਿਛਲੀ ਸਰਕਾਰ। ਅਸੀਂ ਵੀ ਤਾਂ ਉਸ ਸਮੇਂ ਥਰਮਲ ਪਲਾਂਟਾਂ ਇਹਨਾਂ ਤੋਂ ਲੈਂਦੇ ਹੈ ਨਾ, ਇਹੀ ਥਰਮਲ ਪਲਾਂਟਾਂ ਤੋਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਦਿੰਦੇ ਸੀਗੇ ਨਾ, ਅਤੇ ਫਿਰ ਉਸ ਸਮੇਂ ਰੇਟ ਕਿਉਂ ਨਾ ਵਧੇ? ਇਸ ਕਰਕੇ ਕੀ ਕਹਿੰਦੇ ਹੁੰਦੇ ਆ ਕਿ ਚੱਲਿਆ ਆਪ ਤੋਂ ਨਹੀਂ ਜਾਂਦਾ ਅਤੇ ਫਿੱਟੇ ਮੂੰਹ ਗੋਡਿਆਂ ਦੇ। ਇੱਕ ਮੈਂ ਅਰਸ਼ੀ ਜੀ ਦੱਸੂੰਗਾ, ਮੈਂ ਸਿੱਧੀ ਜੀ ਇੱਕ ਕਹਾਵਤ ਹੈ ਜਾਂ ਆਪਣੇ ਕਹਿ ਦਈਏ ਕਿ ਸੱਚ ਹੈ, ਕਿ ਕਹਿੰਦੇ ਕਿ ਜੇ ਮਾਤੜ ਘਰ ਦੀ, ਗਰੀਬ ਘਰ ਦੀ, ਇੱਕ ਸਟਰਗਲ ਕਰ ਰਹੇ ਸੰਘਰਸ਼ੀਲ ਘਰ ਦੀ ਚਾਬੀ ਕਿਸੇ ਸਿਆਣੇ ਵਿਅਕਤੀ ਦੇ ਹੱਥ 'ਚ ਮੋਢੀ ਘਰ ਦਾ ਸਿਆਣਾ ਬਣ ਜੇ, ਤੇ ਕਹਿੰਦੇ ਘਰ ਤਰੱਕੀ ਕਰ ਜਾਂਦਾ। ਇਹ ਵੀ ਸੱਚ ਹੈ ਕਿ ਜੇ ਚੰਗੇ ਭਲੇ ਘਰ ਦੀ ਚਾਬੀ ਜਿਹੜੀ ਹੈ ਕਮਲੇ ਦੇ ਹੱਥ 'ਚ ਆ ਜਾਏ, ਅਣਜਾਣ ਦੇ ਹੱਥ 'ਚ ਆ ਜਾਏ, ਤਾਂ ਭਾਂਡੇ ਮੂਧੇ ਵੀ ਮਾਰ ਦਿੰਦੇ। ਅਤੇ ਸਰਕਾਰਾਂ ਵੀ ਇੱਕ ਘਰ ਆ, ਸਰਕਾਰ ਵੀ ਇੱਕ ਘਰ ਆ। ਅਤੇ ਜੇ ਹੁਣ ਘਰ ਦੀ ਚਾਬੀ ਕੈਪਟਨ ਅਮਰਿੰਦਰ ਸਿੰਘ ਵਰਗੇ ਮਹਾਰਾਜ ਦੇ, ਜਿਨ੍ਹਾਂ ਨੇ ਚੀਕੂ ਵੀ ਤੋੜਨੇ ਆ ਅਤੇ ਸੀਤਾਫਲ ਵੀ ਖਾਣਾ ਆ, ਹਾਂਜੀ, ਅਤੇ ਸਵਾਦ ਵੀ ਲੈਣੇ ਆ, ਚਸਕਾਰੇ ਵੀ ਲੈਣੇ ਆ, ਹਾਂਜੀ, ਅਤੇ ਵੀਡੀਓ ਕਾਲ ਤੋਂ ਬਿਨਾਂ ਸਰਨਾ ਨਹੀਂ। ਅਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਸ ਤਰ੍ਹਾਂ ਦੇ ਚੰਦ ਚਾੜੇ, ਅਤੇ ਜੋ ਕੁਛ ਉਹਨਾਂ ਦਾ ਸਾਰਾ ਕੁਝ ਹਿਸਾਬ ਕਿਤਾਬ ਸਾਹਮਣੇ ਆ ਗਿਆ, ਅਤੇ ਜਿਸ ਤਰ੍ਹਾਂ ਦੀਆਂ ਕਾਂਗਰਸ ਦੀਆਂ ਹਰਕਤਾਂ ਸਾਹਮਣੇ ਆਈਆਂ, ਤਾਂ ਕੀਤਾ ਕਿਹਨੇ? ਕੱਖ ਹੈ, ਕੀਤਾ ਕੱਖ ਨਹੀਂ ਗਿਆ। ਅਤੇ ਇਸ ਕਰਕੇ ਜਿਹੜਾ ਆ ਇਹਨਾਂ ਨੇ ਜੋ ਕੁਛ ਵੀ ਆ ਇਹਨਾਂ ਨੂੰ ਹੁਣ ਭੁਗਤਣਾ ਪਊਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਤਾਂ ਮੁੱਦਿਆਂ ਦੀ ਸੀ। ਅਤੇ ਲਾਸਟ ਵਿੱਚ ਜੀ ਅਕਾਲੀ ਦਲ ਅਤੇ ਬਸਪਾ ਗੱਠਜੋੜ 2022 ਦੀਆਂ ਚੋਣਾਂ ਲਈ ਕਿੰਨਾ ਕੁ ਤਿਆਰ ਹੈ, ਅਤੇ ਕੀ ਮੰਨਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈ ਉਹ ਰਿਜ਼ਲਟ ਆਉਣ ਵਾਲੇ ਰਹਿਣ? ਦੇਖੋ, ਬਸਪਾ ਦੇ ਨਾਲ ਸਾਡੀ ਬੜੀ ਪੁਰਾਣੀ ਸਾਂਝ ਰਹੀ ਹੈ, ਉਹਦੇ ਬੜੇ ਨਤੀਜੇ ਵੀ ਉਸ ਸਮੇਂ ਚੰਗੇ ਨਿਕਲੇ ਸੀਗੇ। ਉਦੋਂ 13 ਦੇ ਵਿੱਚੋਂ ਜਿਹੜੀਆਂ 1996 'ਚ ਸ਼ਾਇਦ ਪਾਰਲੀਮੈਂਟ ਚੋਣਾਂ ਹੋਈਆਂ ਸੀ, 13 ਚੋਂ 11 ਜਿਹੜੀਆਂ ਨੇ ਦੋਨਾਂ ਪਾਰਟੀਆਂ ਨੇ ਜਿੱਤੀਆਂ ਸੀਗੀਆਂ। ਕਦੀ ਕੋਈ ਇੰਨੀਆਂ ਜਿੱਤਿਆ ਹੀ ਨਹੀਂ। ਇਕੱਲਾ ਤੇ ਇਕੱਲਾ ਜਿਹੜਾ ਉਸ ਸਮੇਂ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਸੀਗਾ, ਉਹਦੇ ਕਰਕੇ ਜਿੱਤੀਆਂ ਸੀਗੀਆਂ। ਚਲੋ ਹਾਲਾਤ ਬਦਲ ਗਏ, ਵਾਜਪਾਈ ਸਾਹਿਬ ਆ ਗਏ, ਵਾਜਪਾਈ ਸਾਹਿਬ ਦੇ ਨਾਲ ਜਿਹੜਾ ਬੀਜੇਪੀ ਨਾਲ ਸਮਝੌਤਾ ਹੋ ਗਿਆ, BSP ਤੋਂ ਅਲੱਗ ਹੋ ਗਏ। ਅੱਜ ਕਿਉਂਕਿ ਬੀਜੇਪੀ ਜਿਹੜੀ ਆ ਉਹ ਪੰਜਾਬ ਦੀ ਦੁਸ਼ਮਣਾਂ ਦੀ ਕਤਾਰ 'ਚ ਖੜ ਗਈ ਹੈ, ਪੰਜਾਬ ਵਿਰੋਧੀਆਂ ਦੀ ਕਤਾਰ 'ਚ ਖੜ ਗਈ ਹੈ। ਇਸ ਕਰਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਭੌਂ ਕੇ ਜਿਹੜਾ ਬਹੁਜਨ ਸਮਾਜ ਪਾਰਟੀ ਨਾਲ ਸਾਂਝ ਪਾਈ। ਔਰ ਬਹੁਜਨ ਸਮਾਜ ਪਾਰਟੀ ਤੁਸੀਂ ਅੱਜ ਵੀ ਚੈੱਕ ਕਰ ਲਓ ਕਿ ਉਹਨਾਂ ਦਾ ਜਿਹੜਾ ਵੋਟਰ ਆ, ਸਪੋਰਟਰ ਆ, ਉਹਨੂੰ ਇਹ ਵੀ ਪਤਾ ਕਿ ਸਾਡੀ ਸਰਕਾਰ ਨਹੀਂ ਆਉਣੀ, ਪਰ ਫਿਰ ਵੀ ਉਹਨਾਂ ਦਾ ਵੋਟ ਬੈਂਕ ਬੜਾ ਮਜ਼ਬੂਤੀ ਦੇ ਨਾਲ ਉਹਨਾਂ ਨਾਲ ਖੜੋਤਾ ਰਿਹਾ। ਅਤੇ ਦੁਆਬੇ ਦੇ ਵਿੱਚ ਤਾਂ ਖਾਸ ਕਰਕੇ 20,000 25,000 30,000 ਉਹਨਾਂ ਦੀ ਹਰ ਕੌਂਸਟੀਚੁਐਂਸੀ ਦੇ ਵਿੱਚ ਵੋਟ ਪਈ ਆ। ਮਾਲਵੇ 'ਚ ਕੁਛ ਕੌਂਸਟੀਚੁਐਂਸੀ ਨੇ ਜਿੱਥੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ, ਅਤੇ ਹਰੇਕ ਕੌਂਸਟੀਚੁਐਂਸੀ 'ਚ ਉਹਨਾਂ ਦੀ ਕਿਸੇ ਨਾ ਕਿਸੇ ਰੂਪ 'ਚ ਵੋਟ ਪਈ ਹੈ। ਔਰ ਉਹਨਾਂ ਦਾ ਜਿਹੜਾ ਵੋਟਰ ਹੈ, ਜਿਹੜਾ ਵਰਕਰ ਹੈ, ਅੱਗੇ ਸਾਨੂੰ ਨਜ਼ਰ ਨਹੀਂ ਸੀ ਆਉਂਦਾ, ਹੁਣ ਸਾਡੀਆਂ ਹਲਕਿਆਂ ਦੇ ਵਿੱਚ ਵੀ ਨਜ਼ਰ ਆਉਂਦਾ ਜੀ। ਮੈਂ BSP ਵਾਲਾ ਜੀ, ਮੈਂ ਨੇਰਲੀ ਆਣ ਦੂੰਗਾ ਜੀ। ਹਾਂਜੀ, ਜਿੱਥੇ ਅਸੀਂ ਸੋਚਦੇ ਸੀ ਵੀ ਸਾਡੇ ਇੱਥੇ BSP ਹੈ ਹੀ ਨਹੀਂ, ਅਤੇ ਉਹ ਜਦੋਂ ਕਰਕੇ ਵਿਖਾਉਂਦੇ ਆ। ਅਤੇ ਇਸ ਕਰਕੇ ਜਿਹੜਾ BSP ਦਾ ਸਮੁੱਚੇ ਰੂਪ 'ਚ ਬਹੁਤ ਫਾਇਦਾ ਹੈ। ਔਰ ਜਿਹੜਾ ਦੁਆਬਾ ਆ ਉਹਨੂੰ ਸਵੀਪ ਕਰਾਂਗੇ। ਔਰ ਮਾਲਵੇ ਦੇ ਵਿੱਚੋਂ ਬਹੁਤ ਵੱਡੇ ਇਹ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੇ ਨਾਲ ਮਾਲਵੇ ਦੇ ਵਿੱਚ ਵੀ ਇਹਦਾ ਵੱਡਾ ਇੰਪੈਕਟ ਪੈ ਕੇ ਉੱਥੋਂ ਵੱਡੇ ਪੱਧਰ 'ਤੇ ਜਿਹੜੀਆਂ ਸੀਟਾਂ ਜਿੱਤਾਂਗੇ। ਹੁਣ ਜਿਹੜੀ ਇੱਕ ਗੱਲ ਅਰਸ਼ੀ ਜੀ ਦੇਖੋ, ਹੁਣ ਇੱਕ ਹੋਰ ਨਵੇਂ ਠੱਗੀ ਮਾਰਨ ਵਾਲੇ ਤੁਰੇ ਫਿਰਦੇ ਆ, ਜਿਹੜੇ ਦਿੱਲੀੋਂ ਕਹਿੰਦੇ ਕਿ ਦਿੱਲੀ ਮਾਡਲ ਦੇਣਾ।
ਹੁਣ ਦਿੱਲੀ ਮਾਡਲ ਦਾ ਤਾਂ ਜਲੂਸ ਨਿਕਲ ਗਿਆ। ਇਹ ਕਹਿੰਦੇ ਸੀ ਅਸੀਂ ਉੱਥੇ ਜੀ ਮੁਹੱਲਾ ਕਲੀਨਿਕ ਬਣਾਏ ਆ। ਮੁਹੱਲਾ ਕਲੀਨਿਕ ਜੀ ਦੁਨੀਆ ਦੇ ਜਿਹੜੇ ਆ ਬਿਹਤਰ ਜਿਹੜੀਆਂ ਸਿਹਤ ਸੇਵਾਵਾਂ ਮਿਲਦੀਆਂ ਕਿਤੇ ਲੱਭੇ। ਲੋਕਾਂ ਨੂੰ ਲਾਸ਼ਾਂ ਸਾੜਨ ਵਾਸਤੇ, ਆਪਦੇ ਪਰਿਵਾਰਕ ਜੀਆਂ ਦੇ ਸੰਸਕਾਰ ਕਰਨ ਵਾਸਤੇ ਲਾਈਨਾਂ 'ਚ ਲੱਗਣਾ ਪਿਆ, ਵੇਟਿੰਗ 'ਚ ਬਹਿਣਾ ਪਿਆ, 3-3 ਦਿਨ ਵੇਟ ਕਰਨੀ ਪਈ। ਪਾਰਕਾਂ 'ਤੇ ਲੋਕਾਂ ਨੇ ਸਾੜੇ, ਸੜਕਾਂ 'ਤੇ ਸਾੜੇ। ਇਹ ਹਾਲਾਤ ਜਿਹੜੇ ਸੀ ਕੇਜਰੀਵਾਲ ਸਾਹਿਬ ਦੀ ਸਰਕਾਰ ਦੇ ਸੀ। ਉਸ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਇੱਥੇ ਸਿਹਤ ਸੇਵਾਵਾਂ ਬੜੀਆਂ ਦੇ ਰਹੇ ਹਾਂ, ਇੱਥੇ ਮੈਡੀਕਲ ਸਹੂਲਤਾਂ ਬੜੀਆਂ ਨੇ, ਫੇਲ ਹੋ ਗਿਆ ਕੰਮ। ਹੁਣ ਇਹ ਕਹਿੰਦੇ ਜੀ ਉੱਥੇ ਅਸੀਂ ਜਿਹੜੀ ਆ ਦਿੱਲੀ ਵਾਂਗ ਬਿਜਲੀ ਫ੍ਰੀ ਕਰਾਂਗੇ। ਦਿੱਲੀ ਦੇ ਵਿੱਚ ਮੇਰੇ ਆਮ ਆਦਮੀ ਪਾਰਟੀ ਦੀ ਗੱਲ, ਹਾਂ ਆਮ ਆਦਮੀ ਪਾਰਟੀ ਦੀ, ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਕਿ ਦਿੱਲੀ ਵਾਂਗ ਬਿਜਲੀ ਫ੍ਰੀ ਕਰਾਂਗੇ। ਮੇਰੇ ਮੁਤਾਬਕ ਉੱਥੇ 50 ਤੋਂ 55 ਲੱਖ ਖਪਤਕਾਰ ਹੋਣਗੇ, ਕਿਉਂਕਿ 2 ਕਰੋੜ ਦੀ ਆਬਾਦੀ ਹੈ। ਮੈਂ 4 ਦੀ ਐਵਰੇਜ ਲੈ ਕੇ ਚੱਲਦਾ, ਅਬਲ ਤਾਂ ਇਸ ਤੋਂ ਵੱਧ ਹੀ ਹੋਣਗੇ ਖਪਤਕਾਰ। ਹਾਂਜੀ, ਕਿਉਂਕਿ ਜਿੰਨੇ ਘਰ ਹੋਣ ਉਸ ਤੋਂ ਵੱਧ ਖਪਤਕਾਰ ਹੁੰਦੇ ਆ। ਅਤੇ ਜੇ ਉੱਥੇ ਮੰਨ ਲਓ ਜਿਸ ਤਰ੍ਹਾਂ ਹੁਣ ਪੰਜਾਬ ਦੇ 55 ਲੱਖ ਘਰ ਨੇ ਅਤੇ ਖਪਤਕਾਰ ਹੈਗੇ 72 ਲੱਖ, ਠੀਕ ਹੈ, 17 ਲੱਖ ਇਹ ਵੱਧ ਹੈ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਜਿਹੜੇ ਜੇ 50 ਲੱਖ ਘਰ ਨੇ ਅਤੇ ਖਪਤਕਾਰ ਵੱਧ ਹੋਣਗੇ। ਇਹ ਕਹਿੰਦੇ ਆ ਕਿ 73% ਨੂੰ ਉੱਥੇ ਬਿੱਲ ਹੀ ਨਹੀਂ ਆਉਂਦਾ ਜੀ, 73% ਨੂੰ ਬਿੱਲ ਹੀ ਨਹੀਂ ਆਉਂਦਾ। ਹੁਣ ਕਿਹੜਾ ਜਾ ਕੇ ਉੱਥੇ ਚੈੱਕ ਕਰੇ ਵੀ 73% ਨੂੰ ਨਹੀਂ ਆਉਂਦਾ ਜਾਂ 73 ਨੂੰ ਨਹੀਂ ਆਉਂਦਾ। ਅਤੇ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈਗੀ ਹੈ ਕਿ ਉੱਥੇ ਇਹ ਕਹਿੰਦੇ ਕਿ ਅਸੀਂ 200 ਯੂਨਿਟ ਮਾਫ ਹੈ, ਅਤੇ ਪੰਜਾਬ 'ਚ ਕਹਿੰਦੇ ਆਣ ਕੇ 300 ਕਰਾਂਗੇ। ਉੱਥੇ 300 ਕਿਉਂ ਨਹੀਂ ਕਰਦੇ? ਜਿੱਥੇ ਤੁਹਾਡੀ ਸਰਕਾਰ ਹੈ, ਜਿੱਥੇ ਲੋਕਾਂ ਨੇ ਤੁਹਾਡੇ 67 MLA ਬਣਾਏ ਆ, ਉੱਥੇ ਤੁਸੀਂ ਕਰਦੇ ਨਹੀਂ ਜੇ। ਇੱਥੇ ਆਣ ਕੇ ਤੁਸੀਂ 300 ਦੀ ਗੱਲ ਕਰਦੇ ਜੇ। ਇਹ ਠੱਗੀ ਹੋ ਗਈ ਨਾ, ਧੋਖਾ ਹੋ ਗਿਆ ਨਾ। ਸਭ ਤੋਂ ਪਹਿਲੀ ਤਾਂ ਗੱਲ ਦਿੱਲੀ ਵਾਲਿਆਂ ਨੂੰ ਧੋਖਾ ਹੋ ਗਿਆ, ਜਿਨ੍ਹਾਂ ਦੇ ਕਹਿੰਦੇ ਸਾਡੇ ਸਿਰ ਆਸਾਨ ਬੜੇ ਆ। ਉੱਥੇ ਤੁਸੀਂ ਕਰਦੇ ਨਹੀਂ ਜੇ। ਉੱਥੇ ਕੀ ਹੈ ਕਿ ਕੇਵਲ ਅਤੇ ਕੇਵਲ ਜਿਹੜੇ ਝੁੱਗੀਆਂ ਵਾਲੇ ਆ ਉਹਨਾਂ ਦਾ ਹੀ ਆ, ਅਤੇ ਜਾਂ ਕੋਈ ਪੀਜੀ ਪਾਜੀ ਵਾਲਾ ਜਿਹੜੇ ਬੱਚਾ ਕਿਸੇ ਕਮਰੇ 'ਚ ਰਹਿੰਦਾ ਆ ਅਤੇ ਰਾਤ ਨੂੰ ਆਇਆ ਅਤੇ ਸਵੇਰੇ ਚਲਾ ਗਿਆ। ਉਹ ਲੋਕ ਜਿਹੜੇ ਆ ਇੱਧਰ ਕੀ ਆ, ਪੰਜਾਬ ਦੇ ਅੰਦਰ 10,668 ਕਰੋੜ ਦੀ ਸਬਸਿਡੀ ਜਾਂਦੀ ਆ ਹਰੇਕ ਸਾਲ, ਸਰਕਾਰ ਦਿੰਦੀ ਹੈ 10,668 ਕਰੋੜ। ਇਹ ਦਿੰਦੇ ਆ 1100 ਕਰੋੜ ਦੀ। ਹੁਣ ਤੁਸੀਂ ਇੱਕ ਬੰਨੇ ਲਗਭਗ 1,000 ਕਰੋੜ ਹੋਵੇ ਅਤੇ ਇੱਕ ਬੰਨੇ 11,000 ਕਰੋੜ ਹੋਵੇ, ਤਾਂ ਫਰਕ ਹੀ ਕੋਈ ਨਹੀਂ ਹੈ। ਅਤੇ ਫਿਰ ਕਹਿਣ ਜੀ ਅਸੀਂ ਉੱਥੇ ਕਰ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਔਰ ਮੈਂ ਇੱਕ ਸਵਾਲ ਕਰਦਾ ਆਮ ਆਦਮੀ ਪਾਰਟੀ ਨੂੰ, ਕੇਜਰੀਵਾਲ ਨੂੰ, ਕਿ ਤੁਸੀਂ 2016 ਦੇ ਵਿੱਚ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਦੀ ਗਰਾਊਂਡ ਦੇ ਵਿੱਚ ਇੱਕ ਕਿਸਾਨੀ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਕਾਂਗਰਸ ਨਾਲੋਂ ਪਹਿਲਾਂ ਜਾਰੀ ਕੀਤਾ ਸੀ। ਤੁਸੀਂ ਕਿਹਾ ਸੀਗਾ ਕਿ ਜੇ ਆਮ ਆਦਮੀ ਪਾਰਟੀ ਦੀ 2017 'ਚ ਸਰਕਾਰ ਬਣ ਗਈ ਅਤੇ ਅਸੀਂ ਕਿਸਾਨੀ ਜਿਹੜੀ ਕਰਜ਼ੇ ਕਰਕੇ ਖੁਦਕੁਸ਼ੀਆਂ ਕਰਦੀ ਆ, ਅਸੀਂ ਹਰੇਕ ਤਰ੍ਹਾਂ ਦਾ ਕਰਜ਼ਾ ਜਿਹੜਾ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ, ਅਸੀਂ ਵੀ ਜਿਹੜਾ ਆ ਉਹਨਾਂ ਦਾ ਸੁਸਾਇਟੀਆਂ ਦਾ, ਸਹਿਕਾਰੀ ਬੈਂਕਾਂ ਦਾ, ਸਰਕਾਰੀ ਬੈਂਕਾਂ ਦਾ, ਪ੍ਰਾਈਵੇਟ ਬੈਂਕਾਂ ਦਾ, ਆੜ੍ਹਤੀਆਂ ਦਾ, ਅਸੀਂ ਜਿਹੜਾ ਕਰਜ਼ਾ ਸਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਮਾਫ ਕਰਾਂਗੇ। ਐਤਕੀ ਚੁੱਪ ਕਿਉਂ ਹੋ ਗਏ? ਐਤਕੀ ਗੱਲ ਕਿਉਂ ਨਹੀਂ ਕਰਦੇ ਕਿਸਾਨੀ ਕਰਜ਼ੇ ਦੀ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਠੱਗੀ ਮਾਰੀ ਸੀ, ਕਰਜ਼ਾ ਤਾਂ ਮਾਫ ਹੋਇਆ ਨਹੀਂ। ਤਾਂ ਗੱਲ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਸੀ ਵੀ ਕੈਪਟਨ ਨੇ ਨਹੀਂ ਕੀਤਾ, ਅਸੀਂ ਕਰਾਂਗੇ। ਪਰ ਇਹਨਾਂ ਨੂੰ ਪਤਾ ਕਿ ਇਹ ਠੱਗੀ ਹੁਣ ਚੱਲਣੀ ਨਹੀਂ, ਉਹ ਠੱਗੀ ਵਿਕ ਗਈ, ਉਹ ਸੌਦਾ ਵਿਕ ਗਿਆ। ਹਾਂਜੀ, ਉਹ ਸੌਦਾ ਜਿਹੜਾ ਆ ਲੋਕੀ ਸਮਝ ਪੈ ਗਈ, ਹੁਣ ਨਵੀਂ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ। ਇਸ ਕਰਕੇ ਸਾਡੀ ਤੇ ਪੰਜਾਬ ਦੇ ਲੋਕਾਂ ਨੂੰ ਇਹੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਠੱਗੀਆਂ ਤੋਂ ਬਚੋ, ਧੋਖੇ ਤੋਂ ਬਚੋ। ਇਹ ਸਾਰੇ ਠੱਗ ਜੇ, ਤੁਹਾਡੇ ਨਾਲ ਕਿਸੇ ਨੂੰ ਕੋਈ ਪਿਆਰ ਨਹੀਂ ਜੇ, ਕੋਈ ਸਾਂਝ ਨਹੀਂ ਜੇ, ਕੋਈ ਕਿਸੇ ਨਾਲ ਮੋਹ ਨਹੀਂ, ਕੋਈ ਤੇਹ ਨਹੀਂ, ਕਿਸੇ ਦਾ ਲਿਹਾਜ਼ ਨਹੀਂ। ਇਹਨਾਂ ਤੋਂ ਬਚ ਕੇ ਚਲੋ, ਬਾਕੀ ਚੜ੍ਹਦੀ ਕਲਾ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਮਾਝੇ ਦੇ ਨਿਤੜਕ ਜੋ ਆਗੂ ਨੇ ਵਿਰਸਾ ਸਿੰਘ ਵਲਟੋਹਾ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਖ-ਵੱਖ ਇਲਜ਼ਾਮਾਂ ਦੇ ਜੋ ਨੇ ਬੇਬਾਕੀ ਨਾਲ ਜਵਾਬ ਦਿੱਤੇ ਨੇ, ਅਤੇ ਨਾਲ ਹੀ ਆਪਣੀ ਵਿਰੋਧੀ ਪਾਰਟੀਆਂ ਦੇ ਉੱਤੇ ਜੋ ਨੇ ਉਹ ਤੰਜ ਵੀ ਕੱਸੇ ਨੇ, ਅਤੇ ਪੂਰਾ ਹੋਪਫੁਲ ਨੇ 2022 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ। ਪਰ ਇਹ ਜਿਹੜੀ ਸੱਤਾ ਦੀ ਚਾਬੀ ਹੈ, ਇਹ ਪੰਜਾਬ ਦੇ ਵੋਟਰਾਂ ਦੇ ਹੱਥ ਹੈ। ਉਹ 2022 ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣਾਵੇਗੀ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾ ਪਰਸਨ ਦੀਪਕ ਦੇ ਨਾਲ ਰਵੀ ਬਖਸ਼ ਸਿੰਘ, ਪ੍ਰੋ ਪੰਜਾਬ TV, ਸ੍ਰੀ ਅੰਮ੍ਰਿਤਸਰ ਸਾਹਿਬ।